ਰਾਖ ਲੈਨੀ ਹਰ ਮੇਰੀ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਜਪੋ ਜੀ ਤੇਗ ਬਹਾਦਰ ਸਿਮਰਿਐ। ਘਰ ਨਾਉ ਨਿੰਦ ਆਵੈ ਧਾਇ। ਸਭ ਥਾਈ ਹੋਏ ਸਹਾਇ। ਸਭ ਥਾਈ ਹੋਏ ਸਹਾਇ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਫਜ਼ਲੋ ਕਰਮ ਦੇ ਦਾਤੇ। ਭਗਤ ਵਛਲ ਦੀਨਾ ਬੰਧੂ ਪਤਿਤ ਪਾਵਨ ਕਰਨਾ ਨਿਧਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਹਾਜ਼ਰ ਹਜ਼ੂਰੀ ਦੇ ਅੰਦਰ ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਜੁੜ ਮਿਲ ਕਰਕੇ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਜੀ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ। ਵਡਭਾਗੇ ਹਾਂ ਜੋ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਿਹਰਬਾਨ ਹੋ ਕਰਕੇ ਸਾਨੂੰ ਆਪਣੀ ਅਗਾਧ ਬੋਧ ਅੰਮ੍ਰਿਤ ਬਾਣੀ ਦੇ ਕੀਰਤਨ ਔਰ ਇਸ ਵੇਲੇ ਗੁਰਬਾਣੀ ਗੁਰਸ਼ਬਦ ਵਿਚਾਰ ਕਥਾ ਦੇ ਨਾਲ ਜੁੜਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਚੱਲ ਰਹੀ ਲੜੀਵਾਰ ਗੁਰਸ਼ਬਦ ਵਿਚਾਰ ਕਥਾ ਦਾ ਅੱਜ ਦਾ ਜੋ ਮੁਬਾਰਕ ਸ਼ਬਦ ਹੈ, ਆਪ ਜੀ ਨੇ ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ, ਜਿਸ ਦੇ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੇ ਸੁਭਾਅ ਅਨੁਸਾਰ ਜਿਵੇਂ ਬਾਣੀ ਥਾਂ ਪੁਰ ਥਾਂ ਮਨੁੱਖ ਨੂੰ ਸਮਝਾ ਰਹੀ ਹੈ ਕਿ ਇਹ ਸੰਸਾਰ ਦੇ ਉੱਪਰ ਆਉਣ ਦਾ ਤੇਰਾ ਪ੍ਰਯੋਜਨ ਕੀ ਹੈ, ਮਕਸਦ ਕੀ ਹੈ, ਮਨੋਰਥ ਕੀ ਹੈ। ਕਿਉਂਕਿ ਜੇਕਰ ਬੰਦਾ ਕਿਸੇ ਥਾਂ ਦੇ ਉੱਪਰ ਵੰਝ ਕੇ ਪਹੁੰਚ ਕੇ ਆਪਣੇ ਪ੍ਰਯੋਜਨ ਨੂੰ, ਮਨੋਰਥ ਨੂੰ ਮੁੱਖ ਰੱਖਦਾ ਹੈ, ਯਾਦ ਰੱਖਿਓ ਉਹ ਕਦੇ ਵੀ ਆਪਣਾ ਸਮਾਂ ਇੱਧਰ ਉੱਧਰ ਦੀਆਂ ਗੱਲਾਂ ਦੇ ਵਿੱਚ, ਫਾਲਤੂ ਦੇ ਕੰਮਾਂ ਦੇ ਵਿੱਚ ਵਿਅਰਥ ਨਹੀਂ ਕਰਦਾ। ਉਹ ਆਪਣੇ ਕੰਮ ਨੂੰ ਤਰਜੀਹ ਦੇ ਕਰਕੇ ਪਹਿਲ ਦੇ ਆਧਾਰ ਤੇ ਉਸ ਨੂੰ ਕਰਦਾ। ਇਹ ਦੁਨਿਆਵੀ ਗੱਲ ਹੈ, ਪਰ ਜਦੋਂ ਆਪਾਂ ਅਧਿਆਤਮਕ ਵਾਲੇ ਪਾਸਿਓਂ ਵੇਖਾਂਗੇ ਤੇ ਮਹਾਰਾਜ ਸਾਹਿਬ ਕਹਿਣ ਲੱਗੇ ਇਸ ਸੰਸਾਰ ਦੇ ਉੱਪਰ ਵੀ ਮੈਂ ਤੈਨੂੰ ਸਿਰਫ ਰੰਗ ਤਮਾਸ਼ੇ ਵੇਖਣ ਨਹੀਂ ਘੱਲਿਆ, ਇੱਥੇ ਮੈਂ ਸਿਰਫ ਤੈਨੂੰ ਇਸ ਸੰਸਾਰ ਦੇ
ਰੰਗ ਤਮਾਸ਼ਿਆਂ ਦੇ ਵਿੱਚ ਲਿਪਤ ਹੋ ਕੇ ਆਪਣੀ ਜ਼ਿੰਦਗੀ ਨੂੰ ਅਜਾਈਂ ਬਤੀਤ ਕਰਨ ਵਾਸਤੇ ਨਹੀਂ ਤੈਨੂੰ ਭੇਜਿਆ। ਮਹਾਰਾਜ ਸਾਹਿਬ ਸਪਸ਼ਟ ਕਰਦੇ ਆ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਇੱਥੇ ਇੱਕ ਤੈਨੂੰ ਮਨੋਰਥ ਦੇ ਕਰਕੇ, ਇੱਕ ਤੈਨੂੰ ਸੁਚੱਜਾ ਕਾਰਜ ਦੇ ਕਰਕੇ ਤੈਨੂੰ ਭੇਜਿਆ ਹੈ। ਤੇ ਜਿਹੜੇ ਉਹ ਕਾਰਜ ਨੂੰ ਭੁੱਲ ਕੇ ਸੰਸਾਰੀ ਬਿਰਤੀ ਰੱਖ ਕੇ ਹੋਰਾਂ ਕੰਮਾਂ ਦੇ ਵਿੱਚ ਆਪਣੀ ਸੁਰਤ ਲਾਉਂਦੇ ਆ, ਕੁਝ ਉਹਨਾਂ ਦੀ ਗੱਲ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਕਰ ਰਹੇ ਆ। ਆਓ ਰਲ ਮਿਲ ਕਰਕੇ ਇਸ ਪਾਵਨ ਸ਼ਬਦ ਨੂੰ ਵਿਚਾਰਨ ਦਾ, ਪੜ੍ਹਨ ਸੁਣਨ ਦਾ ਯਤਨ ਕਰੀਏ, ਤਾਂ ਜੋ ਕਹਿਣ ਵਾਲੇ ਸੁਣਨ ਵਾਲਿਆਂ ਦਾ ਸਾਡਾ ਜਿਹੜਾ ਜੀਵਨ ਹੈ, ਜਿਹੋ ਜਿਹਾ ਹਜ਼ੂਰ ਪਾਤਸ਼ਾਹ ਸਾਨੂੰ ਦੱਸ ਕੇ ਬਣਾਉਣਾ ਚਾਹੁੰਦੇ ਐ, ਉਹੇ ਜਿਹਾ ਜੀਵਨ, ਉਦਾਂ ਦਾ ਜੀਵਨ ਸਾਡਾ ਕਿਤੇ ਬਣ ਜਾਏ। ਆਓ ਰਲ ਮਿਲ ਕਰਕੇ ਵਿਚਾਰਾਂ ਦੀ ਸਾਂਝ ਪਾਈਏ। ਹਜ਼ੂਰੇ ਅਨਵਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿਰ ਦੇ ਉੱਪਰ ਦਇਆ ਦੀ ਛੜੀ ਰੱਖ ਕੇ, ਮਿਹਰ ਦਾ ਹੱਥ ਰੱਖ ਕੇ, ਕਿਰਪਾਵਾਨ ਹੋ ਕਰਕੇ ਮਹਾਰਾਜ ਆਪ ਹੀ ਸਮਤ ਬਖਸ਼ ਕੇ, ਆਪ ਹੀ ਮੁਖ ਤੋਂ ਅੱਜ ਦੇ ਪਾਵਨ ਸ਼ਬਦ ਦੀ ਕਥਾ ਵਿਚਾਰ ਕਰਵਾ ਲੈਣ। ਆਪ ਸੰਗਤ ਅਸੀਸ ਦੇਹੋ, ਅਸੀਸ ਬਖਸ਼ਦਿਆਂ ਔਰ ਆਪਣੀ ਹਾਜ਼ਰੀ ਗੁਰੂ ਪਿਤਾ ਜੀ ਦੇ ਚਰਨਾਂ ਵਿੱਚ ਲਵਾਉਂਦਿਆਂ ਫਤਿਹ ਗਜਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੌੜੀ ਗੁਆਰੇਰੀ ਮਹੱਲਾ ਤੀਜਾ। ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਆ, ਕਿਉਂਕਿ ਇਹ ਜਿਹੜਾ ਰਾਗ ਹੈ ਪਿੱਛੇ ਤੋਂ ਚੱਲਿਆ ਆ ਰਿਹਾ, ਔਰ ਇਹਦੇ ਵਿੱਚ ਗੁਆਰੇਰੀ ਜਿਹੜਾ ਸ਼ਬਦ ਹੈ, ਮੈਂ ਸੋਚਦਾ ਵੀ ਉਹਦੇ ਜਿਹੜੇ ਅਰਥ ਹੈ ਉਹ ਕਿਸੇ ਨਾ ਕਿਸੇ ਗੁਰਮੁਖ ਪਿਆਰੇ ਨੇ ਮੁਕੰਮਲ ਰੂਪ ਦੇ ਵਿੱਚ ਆਪ ਜੀ ਨੂੰ ਸਰਵਣ ਕਰਵਾਏ ਹੋਣੇ। ਇਸ ਕਰਕੇ ਆਪਾਂ ਸ਼ਬਦ ਦੀ ਵਿਚਾਰ ਜਿਹੜੀ ਆਰੰਭਤਾ ਤੋਂ ਕਰੀਏ। ਮਹਾਰਾਜ ਕਹਿੰਦੇ ਮਨਮੁਖ ਸੂਤਾ ਮਾਇਆ ਮੋਹ ਪਿਆਰ। ਹੁਣ ਇਹ ਉਹਨਾਂ ਲੋਕਾਂ ਦੀ ਗੱਲ ਹੈ ਜਿਹੜੇ ਆਪਣਾ ਮਕਸਦ ਭੁੱਲ ਗਏ ਆ, ਜਿਹੜੇ ਆਪਣਾ ਇਸ ਸੰਸਾਰ ਤੇ ਆਉਣ ਦਾ ਪ੍ਰਯੋਜਨ ਭੁੱਲ ਗਏ ਆ। ਮਹਾਰਾਜ ਸਾਹਿਬ ਕਹਿੰਦੇ ਉਹ ਮਨਮੁਖ ਹੈ ਜੀ, ਉਹ ਮਾਇਆ ਦੇ ਪ੍ਰਭਾਵ ਦੇ ਵਿੱਚ ਇਉਂ ਸੁੱਤੇ ਪਏ ਆ, ਉਹਨਾਂ ਨੂੰ ਪਤਾ ਹੀ ਕੁਝ ਨਹੀਂ ਲੱਗ ਰਿਹਾ। ਜਿਵੇਂ ਜਿਹੜੇ ਚੋਰ ਹੁੰਦੇ ਆ ਨਾ, ਉਹ ਸੁੱਤਿਆਂ ਦੇ ਉੱਪਰ ਆਪਣਾ ਇੱਕ ਹਮਲਾ ਕਰਦੇ, ਉਹ ਸੋਚਦੇ ਆ ਕਿ ਇਹ ਜਿਹੜਾ ਘਰ ਦਾ ਜੀ ਹੈ, ਪਹਿਲੀ ਗੱਲ ਇਹਨੂੰ ਨੁਕਸਾਨ ਪਹੁੰਚਾਏ ਬਿਨਾ ਆਪਾਂ ਆਪਣਾ ਕੰਮ ਕਰ ਜਾਣਾ। ਉਹ ਇੱਕ ਬਾਅਦ ਦੀ ਗੱਲ ਹੈ ਕਿ ਕਿਸੇ ਘਰ ਵਾਲੇ ਨੂੰ ਜਾਗ ਪੈਂਦੀ ਹੈ ਤੇ ਚੋਰ ਉਹਦੇ ਨਾਲ ਲੜਨ ਤੱਕ ਪਹੁੰਚ ਜਾਂਦੇ ਆ, ਪਰ ਉਹ ਸੁੱਤਿਆਂ ਸੁੱਤਿਆਂ ਆਪਣੇ ਕੰਮ ਨੂੰ ਅੰਜਾਮ ਦੇਣ ਦਾ ਯਤਨ ਕਰਦੇ ਆ ਕਿ ਨਾਲੇ ਤੇ ਇਹਨਾਂ ਨੂੰ ਪਤਾ ਨਾ ਲੱਗੇ ਤੇ ਨਾਲੇ ਸਾਡਾ ਕੰਮ ਹੋ ਜਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨੀਂਦ ਐਸੀ ਹੈ, ਮਾਇਆ ਦੀ ਨੀਂਦ ਐਸੀ ਹੈ, ਮਨੁੱਖ ਸਾਹਮਣੇ ਬੈਠਾ ਵੀ ਮਾਇਆ ਦੀਆਂ ਗੱਲਾਂ ਦੇ ਵਿੱਚ ਹੀ ਲੱਗਿਆ ਰਹਿੰਦਾ। ਮਨਮੁਖ ਮਾਇਆ ਮੋਹ ਪਿਆਰ, ਇਹਨੂੰ ਮਾਇਆ ਦੇ ਨਾਲ ਇਤਨਾ ਕੁ ਮੋਹ ਪਿਆਰ ਦੇ ਵਿੱਚ ਲਿਪਤ ਹੋਇਆ ਕਿ ਇਹ ਦਾਤਾਂ ਦੇਣ ਵਾਲੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੂੰ ਭੁਲਾਈ ਬੈਠਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ, ਪਰ ਉਹ ਭਲੇ ਗੁਰਮੁਖ ਹੈ ਜਿਹੜੇ ਜਾਗਦੇ ਆ। ਹੁਣ ਇੱਥੇ ਤੁਸੀਂ ਵੀ ਜਾਗ ਰਹੇ ਹੋ, ਮੈਂ ਵੀ ਜਾਗ ਰਿਹਾ, ਅੱਖਾਂ ਕਰਕੇ, ਸਰੀਰ ਕਰਕੇ ਆਪਾਂ ਸਾਰੇ ਫਿਜ਼ੀਕਲੀ ਜਾਗ ਰਹੇ ਹਾਂ, ਸੁੱਤੇ ਨਹੀਂ ਆ ਆਪਾਂ। ਪਰ ਮਹਾਰਾਜ ਸਾਹਿਬ ਕਿਹੜੇ ਸੌਣ ਦੀ ਗੱਲ ਕਰਦੇ ਆ? ਮਹਾਰਾਜ ਜੀ ਕਹਿੰਦੇ ਆ ਤੂੰ ਅੰਤਰ ਆਤਮਾ ਤੋਂ ਸੁੱਤਾ ਹੋਇਆ, ਉਦਾਂ ਅੱਖਾਂ ਕਰਕੇ ਤੂੰ ਜਾਗ ਰਿਹਾ, ਅੱਖਾਂ ਤੇਰੀਆਂ ਖੁੱਲੀਆਂ ਨੇ, ਸਰੀਰ ਕਰਕੇ ਤੂੰ ਕੰਮ ਕਰ ਰਿਹਾ, ਪਰ ਤੂੰ ਆਪਣੇ ਅੰਤਰ ਆਤਮਾ ਤੇ ਗੁਰਬਾਣੀ ਦੇ ਅਨੁਸਾਰ ਸੁੱਤਿਆ ਹੀ ਪਿਆ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਆ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਆ। ਉਹ ਮਹਾਰਾਜ ਕਹਿਣ ਲੱਗੇ ਇਹ ਵੱਡੇ ਘਰ ਕੋਠੀਆਂ ਕਾਰਾਂ ਜ਼ਮੀਨਾਂ ਜਾਇਦਾਦਾਂ ਇਹ ਕਾਰੋਬਾਰਾਂ ਦੀ ਗੱਲ ਤੇ ਬਾਅਦ ਦੀ ਹੈ। ਆ ਜਿਹੜਾ ਸਰੀਰ ਤੂੰ ਲੈ ਕੇ ਪੈਦਾ ਹੋਇਆ ਨਾ, ਤੇਰੇ ਮਰਨ ਤੋਂ ਬਾਅਦ ਹੱਡ ਫੁੱਲ ਕਹਿ ਕੇ ਚੁਗ ਲੈਣੇ, ਇਹ ਵੀ ਤੇਰੇ ਨਾਲ ਕੋਈ ਨਹੀਂ ਜਾਣੇ। ਮਹਾਰਾਜ ਜੀ ਕਹਿੰਦੇ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਆ। ਹੋਰ ਤਾਂ ਤੇਰੇ ਨਾਲ ਜਾਣਾ ਕੀ ਹੈ? ਹੋਰ ਮਾਣ ਕਿਸ ਚੀਜ਼ ਦਾ ਮਨੁੱਖ ਨੂੰ?
ਆਪਣੇ ਰੂਪ ਦਾ, ਰੰਗ ਦਾ, ਬੋਲੀ ਦਾ, ਗਿਆਨ ਦਾ, ਵਿਦਵਤਾ ਦਾ, ਵੱਡੇਪਨ ਦਾ ਇਹ ਹੰਕਾਰ ਲੈ ਕੇ ਮਨੁੱਖ ਜਿਉਂਦਾ। ਤੇ ਮਹਾਰਾਜ ਸਾਹਿਬ ਨੇ ਉਹ ਸਾਰੀਆਂ ਗੱਲਾਂ ਹੀ ਸਮਾਪਨ ਕਰ ਦਿੱਤੀਆਂ। ਮਹਾਰਾਜ ਜੀ ਕਹਿੰਦੇ ਇੱਥੇ ਵੱਡੇ ਵੱਡੇ ਰਾਜੇ ਆਏ, ਵੱਡੇ ਵੱਡੇ ਦਾਨਿਸ਼ਵੰਦ ਆਏ, ਵੱਡੇ ਵੱਡੇ ਧਨੰਤਰ ਆਏ, ਵੱਡੇ ਵੱਡੇ ਵਿਦਵਾਨ ਆਏ, ਪਰ ਇਸ ਸੰਸਾਰ ਦੇ ਉੱਪਰ ਪੱਕਾ ਕੋਈ ਨਾ ਰਹਿ ਸਕਿਆ। ਇਸ ਸੰਸਾਰ ਦੇ ਉੱਪਰ ਕਿਸੇ ਨੇ ਆਪਣੀ ਪੱਕੀ ਜੜ ਨਾ ਲਾ ਸਕਿਆ। ਮਹਾਰਾਜ ਸਾਹਿਬ ਕਹਿੰਦੇ ਜੇ ਉਹ ਨਾ ਲਾ ਸਕੇ ਤੇ ਲਾ ਤੂੰ ਵੀ ਨਹੀਂ ਸਕੇਗਾ। ਲੰਕਾ ਗੜ ਸੋਨੇ ਕਾ ਭਇਆ। ਮਹਾਰਾਜ ਸਾਹਿਬ ਕਹਿੰਦੇ ਵੇਖ, ਕਿਸੇ ਦਾ ਗੜ ਜਿਹੜਾ ਕਿਲਾ ਹੈ ਉਹ ਸੋਨੇ ਦਾ ਬਣਿਆ ਹੋਇਆ ਸੀ, ਪਰ ਮੂਰਖ ਰਾਵਣ ਕਿਆ ਲੈ ਗਿਆ। ਹੁਣ ਇੱਥੇ ਮੂਰਖ ਕੋਈ ਆਪਾਂ ਰਾਵਣ ਨੂੰ ਕਹਿ ਦਈਏ ਤੇ ਅਸਲ ਵਿੱਚ ਮੂਰਖ ਤੇ ਮਹਾਰਾਜ ਸਾਹਿਬ ਨੇ ਸਾਨੂੰ ਆਖਿਆ। ਮਹਾਰਾਜ ਕਹਿੰਦੇ ਉਹ ਮੂਰਖਾ, ਮੂਰਖ ਰਾਵਣ ਕਿਆ ਲੈ ਗਿਆ। ਜਿਵੇਂ ਆਪਾਂ ਕਿਸੇ ਨੂੰ ਸੰਬੋਧਨ ਕਰਕੇ ਆਖਦੇ ਨਾ ਉਹ ਮੂਰਖਾ, ਰਾਵਣ ਕੀ ਲੈ ਗਿਆ ਜਿਹੜਾ ਤੂੰ ਲੈ ਜਾਏਗਾ। ਮਹਾਰਾਜ ਸਾਹਿਬ ਏਦਾਂ ਆਖਦੇ ਆ ਸਾਨੂੰ, ਦੱਸ ਤੂੰ ਕੀ ਲੈ ਜਾਏਗਾ ਸੰਸਾਰ ਤੋਂ ਜੇ ਰਾਵਣ ਨਹੀਂ ਲੈ ਕੇ ਜਾ ਸਕਿਆ। ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਜਾਣਾ ਸਭ ਨੇ ਹੈ, ਪਰ ਅਸਲ ਦੇ ਵਿੱਚ ਲੇਖਾ ਉਹਨਾਂ ਦਾ ਹੋਣਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੋਣਾ, ਜਿਹੜਾ ਮਾਇਆ ਵੱਲੋਂ ਆਪਣੀ ਸੁਰਤ ਨੂੰ ਹਟਾ ਕੇ ਨਿਰੰਕਾਰ ਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਲਾ ਕੇ ਆਖਦਾ ਹੋਵੇ ਸਤਨਾਮ ਸ਼੍ਰੀ ਵਾਹਿਗੁਰੂ। ਪਰ ਇਹ ਵੱਡੀ ਗੱਲ ਹੈ ਵੀ ਸਾਡੀ ਇਹ ਸੁਰਤ ਹੀ ਨਹੀਂ ਪੈਦਾ ਹੁੰਦੀ, ਅਸੀਂ ਇਹ ਸੁਰਤ ਲਾਈ ਨਹੀਂ। ਮਹਾਰਾਜ ਸਾਹਿਬ ਨੇ ਉੱਥੇ ਹੀ ਸ਼ਬਦ ਜਿਹੜਾ ਹੈ ਆਪਾਂ ਰਹਿ ਰਾਜ ਸਾਹਿਬ ਕੀ ਬਾਣੀ ਦੇ ਅੰਦਰ ਨਿਤ ਪੜ੍ਹਦੇ ਹਾਂ, ਸੁਣਦੇ ਹਾਂ। ਮਹਾਰਾਜ ਸਾਹਿਬ ਕਹਿੰਦੇ ਇਹ ਮਾਇਆ ਦੇ ਰੰਗਾਂ ਦੇ ਵਿੱਚ ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਤੇਰਾ ਆ ਮਾਇਆ ਦੇ ਰੰਗਾਂ ਦੇ ਵਿੱਚ ਜੀਵਨ ਬਿਰਥਾ ਜਾ ਰਿਹਾ। ਇਸ ਗੱਲ ਇੱਕ ਗੱਲ ਯਾਦ ਰੱਖੀ, ਇਹ ਵੀ ਧਿਆਨ ਦੇ ਵਿੱਚ ਰੱਖੀ, ਅਵਰ ਕਾਜ ਤੇਰਾ ਕਿਤੈ ਨਾ ਕਾਮ। ਬਾਕੀ ਜਿੰਨੇ ਮਰਜ਼ੀ ਕੰਮ ਕਰ ਲਈ, ਅਵਰ ਕਾਜ ਦਾ ਕੰਮ ਭਾਵ ਹੈ ਹੁਣ ਆਪਾਂ ਜੇ ਅਵਰ ਕਾਜ ਨੂੰ ਲਾ ਲਈਏ ਵੀ ਮਹਾਰਾਜ ਸਾਹਿਬ ਨੇ ਕਾਰੋਬਾਰ ਕਰਨ ਤੋਂ ਰੋਕ ਦਿੱਤਾ, ਮਾਇਆ ਧੇਲਾ ਕਮਾਉਣ ਤੋਂ ਰੋਕ ਦਿੱਤਾ, ਧੀਆਂ ਪੁੱਤਰ ਪਾਲਣ ਪੋਸ਼ਣ ਤੋਂ ਰੋਕ ਦਿੱਤਾ, ਇਹ ਅਵਰ ਕਾਜ ਨਹੀਂ ਹੈ ਜੀ, ਇਹ ਸਾਡੀਆਂ ਜ਼ਿੰਮੇਵਾਰੀਆਂ ਨੇ। ਤੇ ਜੇ ਏਦਾਂ ਹੁੰਦਾ ਤੇ ਨਿਰੰਕਾਰ ਇੱਕ ਵਾਰੀ ਭੇਜਦਾ ਸੰਸਾਰ ਦੇ ਉੱਪਰ ਤੇ ਸੰਸਾਰ ਦੀ ਉਤਪਤੀ ਨਾ ਮਾਂ ਦੇ ਵਿੱਚੋਂ ਨਾ ਪਿਓ ਦੇ ਵਿੱਚੋਂ ਕਿਸੇ ਪ੍ਰਕਾਰ ਨਹੀਂ ਸੀ ਹੋ ਸਕਦੀ। ਇਹ ਅਕਾਲ ਪੁਰਖ ਦੀ ਖੇਡ ਹੈ। ਅਵਰ ਕਾਜ ਦਾ ਭਾਵ ਹੈ ਵੀ ਜੇ ਧਰਮ ਦੇ ਨਾਮ ਤੇ ਜਿਹੜੇ ਕਰਮ ਕਾਂਡ ਹੋ ਰਹੇ ਆ, ਪਖੰਡ ਹੋ ਰਹੇ ਆ, ਉਹ ਤੇਰੇ ਕੰਮ ਨਹੀਂ ਆਉਣ ਵਾਲੇ। ਕੋਈ ਤੈਨੂੰ ਆਖੇ ਕੋਈ ਗੱਲ ਨਹੀਂ ਤੂੰ ਸਾਰੀ ਉਮਰ ਨਾਮ ਨਹੀਂ ਜਪਿਆ, ਕੋਈ ਗੱਲ ਨਹੀਂ ਤੂੰ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ, ਮੌਲੀ ਧਾਗਾ ਬੰਨ ਲੈ, ਏਦਾਂ ਦੇ ਵਸਤਰ ਪਹਿਰਾਵਾ ਕਰ ਲੈ, ਆਹ ਪਾ ਲੈ, ਉਹ ਪਾ ਲੈ, ਇੱਥੇ ਜਾ ਉੱਥੇ ਜਾ, ਤੇਰਾ ਪਾਰ ਉਤਾਰਾ ਹੋ ਜਾਏਗਾ। ਮਹਾਰਾਜ ਸਾਹਿਬ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕੰਮ, ਜੋ ਮਰਜ਼ੀ ਕਰੀ ਜਾਏ। ਕਰਨਾ ਕੀ ਪਏਗਾ? ਮਹਾਰਾਜ ਨੇ ਦੱਸਿਆ ਵੀ ਕਰਨਾ ਕੀ ਪਏਗਾ। ਇਹ ਕੰਮ ਨਹੀਂ ਤੇਰੇ ਕੰਮ ਆਉਣ ਵਾਲੇ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਮਿਲ ਕੇ ਬੈਠ ਤੇ ਆਪਣੀ ਜ਼ੁਬਾਨੋਂ ਆਖ ਸਤਨਾਮ ਸ਼੍ਰੀ, ਆ ਤੇਰੇ ਕੰਮ ਆਏਗਾ। ਅਵਰ ਕਾਜ ਤੇਰਾ ਕਿਤੇ ਨਾ ਕੰਮ। ਬਾਕੀ ਜੋ ਮਰਜ਼ੀ ਕਰੀ ਜਾਏ, ਆਪਣੀ ਸੋਚ ਮੁਤਾਬਕ, ਕਿਸੇ ਦੇ ਕਹਿਣ ਤੇ, ਆਪਣੀ ਖੋਟੀ ਮੱਤ ਮੁਤਾਬਕ, ਆਪਣੀ ਚੰਗੀ ਮੱਤ ਮੁਤਾਬਕ ਜੋ ਮਰਜ਼ੀ ਕਰਮ ਤੂੰ ਕਰਦਾ ਰਹੀਂ। ਪਰਮੇਸ਼ਰ ਵਾਹਿਗੁਰੂ ਨੂੰ ਅਸਲ ਦੇ ਵਿੱਚ ਸਿਰ ਦੇਣ ਵਾਲੇ ਚੰਗੇ ਲੱਗਦੇ ਆ, ਜਿਨ੍ਹਾਂ ਨੇ ਆਪਣਾ ਮਨ ਰੂਪੀ ਸਿਰ ਗੁਰੂ ਦੇ ਚਰਨਾਂ ਵਿੱਚ ਭੇਟਾ ਕਰ ਦਿੱਤਾ। ਉਹ ਮਹਾਰਾਜ ਸਾਹਿਬ ਕਹਿੰਦੇ ਜਦੋਂ ਤੱਕ ਨਹੀਂ ਹੋਏਗਾ ਤੇਰਾ ਪਾਰ ਉਤਾਰਾ ਨਹੀਂ ਹੋ ਸਕਦਾ। ਹੁਣ ਉਹ ਕੌਣ ਕਰਦੇ ਆ? ਜਿਹੜੇ ਜਾਗ ਚੁੱਕੇ ਆ, ਜਿਨ੍ਹਾਂ ਦਾ ਅੰਤਰ ਆਤਮਾ ਜਾਗ ਰਿਹਾ, ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਹੈ, ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਇਸ ਸੰਸਾਰ ਦੇ ਵਿੱਚੋਂ ਅਸਲ ਦੇ ਵਿੱਚ ਮੈਂ ਹੋਰ ਕੁਝ ਵੀ ਨਾਲ ਨਹੀਂ ਲੈ ਕੇ ਜਾ ਸਕਦਾ। ਮਹਾਰਾਜ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਆਖਦੇ ਆ ਵੀ ਦੌਲਤ ਗੁਜਰਾਨ, ਇਹਨੂੰ ਗੁਜਰਾਨ ਤੱਕ ਹੀ ਸੀਮਤ ਰੱਖ। ਪੁੱਤਰ ਈਮਾਨ ਹੈ, ਤੈਨੂੰ ਈਮਾਨ ਤੱਕ ਹੀ ਸੀਮਤ ਰੱਖ। ਇਸ ਨੂੰ ਅੱਗੇ ਨਾ ਜਾਣ ਦੇ, ਆਪਣੇ ਚਿੱਤ ਚੇਤੇ ਦੇ ਵਿੱਚ ਇੰਨਾ ਨਾ ਧਸਣ ਦੇ ਕਿ ਤੂੰ ਪੁੱਤ ਪਿੱਛੇ, ਮਾਇਆ ਪਿੱਛੇ, ਆਪਣੇ ਕਾਰੋਬਾਰ ਪਿੱਛੇ ਦੇਣ ਵਾਲੇ ਦਾਤੇ ਨੂੰ ਹੀ ਭੁੱਲ ਜਾਏ। ਮੈਂ ਕੱਲ ਵੀ ਬਚਨ ਕਰ ਰਿਹਾ ਸਾਂ ਕਿ ਮਹਾਰਾਜ ਸਾਹਿਬ ਆਖਦੇ ਆ ਇਹ ਉਹ ਮਨੁੱਖ ਹੈ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਮਹਾਰਾਜ ਸਾਹਿਬ ਕਹਿੰਦੇ ਉਸ ਗੱਲ ਨੂੰ ਇਹ ਸਮਝ ਹੀ ਨਹੀਂ ਰਿਹਾ ਜਿਹੜੀ ਇਸ ਦੇ ਨਾਲ ਅਸਲ ਦੇ ਵਿੱਚ ਵਾਪਰ ਜਾਣੀ ਹੈ। ਗੁਰਮੁਖ ਜਾਗੇ ਗੁਣ ਗਿਆਨ ਵਿਚਾਰ, ਸੇ ਜਨ ਜਾਗੇ ਜਿਨ ਨਾਮ ਪਿਆਰ। ਜਾਂ ਉਹ ਜਾਗਦੇ ਆ ਜਿਨ੍ਹਾਂ ਨੂੰ ਪਰਮੇਸ਼ਰ ਜੀ ਦੇ ਨਾਮ ਦੇ ਨਾਲ ਪਿਆਰ ਹੈ, ਜਿਨ੍ਹਾਂ ਨੂੰ ਉਹਦੇ ਨਾਮ ਦੀ ਖਿੱਚ ਹੈ।
ਸੰਸਾਰੀ ਜਿਹੜੇ ਕਾਰ ਵਿਹਾਰ ਹੈ, ਮੈਂ ਫੇਰ ਬੇਨਤੀ ਕਰਾਂ, ਗੁਰਬਾਣੀ ਨੇ ਇਹਨਾਂ ਨੂੰ ਕਿਤੇ ਛੱਡਣ ਦੀ ਤਾਕੀਦ ਨਹੀਂ ਕੀਤੀ। ਗੁਰਬਾਣੀ ਨੇ ਕਿਤੇ ਨਹੀਂ ਆਖਿਆ ਵੀ ਇਹਨਾਂ ਕੰਮਾਂ ਨੂੰ ਤਿਆਗ ਦੇ, ਧੀਆਂ ਪੁੱਤਰ ਛੱਡ ਦੇ, ਜੰਗਲਾਂ ਬੇਲਿਆਂ 'ਚ ਚਲਿਆ ਜਾ, ਇਦਾਂ ਦਾ ਰੂਪ ਧਾਰਨ ਕਰ ਲੈ। ਮਹਾਰਾਜ ਸਾਹਿਬ ਤੇ ਕਹਿੰਦੇ ਆ ਇਹਨਾਂ ਦੇ ਵਿੱਚ ਰਹਿ, ਧੀਆਂ ਪੁੱਤਰਾਂ ਦੀ ਕੇਅਰ ਕਰ, ਆਪਣੇ ਮਾਪਿਆਂ ਦੀ ਦੇਖਭਾਲ ਕਰ, ਉਹਨਾਂ ਦੀ ਕੇਅਰ ਕਰ। ਇਹ ਸਾਰੇ ਚੀਜ਼ਾਂ ਦੇ, ਸਾਰੇ ਪਦਾਰਥਾਂ ਦੇ, ਸਾਰੇ ਮਾਇਆ ਦੇ ਪਸਾਰੇ ਦੇ ਵਿੱਚ ਰਹਿੰਦਾ ਹੋਇਆ ਤੂੰ ਪਰਮੇਸ਼ਰ ਦੇ ਚਰਨਾਂ ਨਾਲ ਆਪਣਾ ਧਿਆਨ ਲਾ ਕੇ ਰੱਖ, ਛੱਡਣਾ ਨਹੀਂ ਹੈ ਕਿਸੇ ਨੂੰ। ਮਹਾਰਾਜ ਸਾਹਿਬ ਕਹਿੰਦੇ ਆ ਜੈਸੇ ਜਲ ਮੈਂ ਰਹਿ ਨਿਰਾਲਮ ਮੁਰਗਾਈ ਨਾ ਸਾਣੈ। ਜਿਵੇਂ ਇੱਕ ਮੁਰਗਾਬੀ ਹੁੰਦੀ ਹੈ ਨਾ, ਉਹ ਪਾਣੀ ਵਿੱਚ ਚਲੀ ਵੀ ਜਾਂਦੀ ਹੈ। ਆਮ ਤੌਰ ਤੇ ਪੰਛੀ ਦੇ ਖੰਭ ਗਿੱਲੇ ਹੋ ਜਾਣ ਤੇ ਉਹ ਦੁਬਾਰਾ ਉਡਾਰੀ ਭਰਨ ਤੋਂ ਪਹਿਲਾਂ ਉਹਨਾਂ ਖੰਭਾਂ ਨੂੰ ਛੰਡਦਾ, ਉਹਨਾਂ ਖੰਭਾਂ ਤੋਂ ਆਪਣੇ ਪਾਣੀ ਨੂੰ ਲੱਗੇ ਨੂੰ ਝਾੜਦਾ ਤੇ ਫਿਰ ਉਡਾਰੀ ਭਰਨ ਦੇ ਕਾਬਿਲ ਹੁੰਦਾ ਹੈ। ਪਰ ਮੁਰਗਾਬੀ ਇਦਾਂ ਹੈ, ਉਹ ਪਾਣੀ ਦੇ ਵਿੱਚ ਚੁੱਭੀ ਵੀ ਮਾਰਦੀ ਏ ਤੇ ਦੂਜੇ ਪਾਸੋਂ ਨਿਕਲ ਕੇ ਨਾਲ ਦੀ ਨਾਲ ਉਹ ਉੱਡਣ ਵੀ ਲੱਗ ਪੈਂਦੀ ਹੈ। ਮਹਾਰਾਜ ਕਹਿੰਦੇ ਇਦਾਂ ਦਾ ਆਪਣੇ ਸੁਰਤ ਨੂੰ ਬਣਾ, ਪਰਿਵਾਰ ਵਿੱਚ ਰਹਿ, ਪਰ ਪਰਿਵਾਰ ਦੇ ਮੋਹ ਲੇਪ ਨੂੰ ਆਪਣੇ ਸਰੀਰ ਦੇ ਉੱਪਰ ਲੱਗਣ ਨਾ ਦੇ। ਮਹਾਰਾਜ ਸਾਹਿਬ ਆਖਦੇ ਅੱਗੇ ਬਚਨ ਕਰਦੇ ਆ, ਸਹਜੇ ਜਾਗੈ ਸਵੈ ਨਾ ਕੋਏ, ਪੂਰੇ ਗੁਰ ਤੇ ਬੂਝੈ ਜਨ ਕੋਏ। ਮਹਾਰਾਜ ਜੀ ਕਹਿੰਦੇ ਜਿਹੜੇ ਉਸ ਅਵਸਥਾ ਦੇ ਧਾਰਨੀ ਹੋ ਜਾਂਦੇ ਆ ਗੁਰੂ ਦੀ ਕਿਰਪਾ ਦੇ ਨਾਲ, ਨਾਮ ਜਪ ਜਪ ਕੇ ਉਹ ਤਾਕੀਦ ਨੂੰ ਹਾਸਲ ਕਰ ਲੈਂਦੇ, ਉੱਥੇ ਤੱਕ ਜਦੋਂ ਮਨੁੱਖ ਅੱਪੜ ਜਾਂਦਾ ਤੇ ਮਹਾਰਾਜ ਸਾਹਿਬ ਕਹਿੰਦੇ ਫਿਰ ਉਹ ਸਵੈ ਨਾ ਕੋਏ, ਫਿਰ ਉਹ ਕਦੇ ਵੀ ਗਾਫਲਤਾ ਦੀ ਨੀਂਦ ਦੇ ਵਿੱਚ ਸੌਂਦਾ ਨਹੀਂ ਹੈ। ਉਹ ਗਾਫਲਤਾ ਦੀ ਨੀਂਦ 'ਚ ਨਹੀਂ ਸੌਂਦਾ। ਜਿਹੜਾ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਹੈ, ਉਹਦੀ ਜਦੋਂ ਤੁਸੀਂ ਪ੍ਰੇਜ਼ ਕਰੋਗੇ, ਵਡਿਆਈ ਕਰੋਗੇ, ਉਹ ਅੱਗੋਂ ਆਪਣੀ ਵਡਿਆਈ ਆਪ ਕਰਨੀ ਸ਼ੁਰੂ ਕਰ ਦਿੰਦਾ। ਉਹਨੂੰ ਆਪਾਂ ਆਖੀਏ ਜੀ ਤੁਹਾਡਾ ਕੰਮਕਾਰ, ਤੁਹਾਡੇ ਧੀਆਂ ਪੁੱਤਰ ਬਹੁਤ ਲਾਇਕ ਨੇ, ਇਦਾਂ ਹੈ ਉਦਾਂ ਹੈ, ਉਹ ਆਪਣੇ ਮੁਖ ਤੋਂ ਆਪਣੀ ਵਡਿਆਈ ਕਰਨੀ ਸ਼ੁਰੂ ਕਰ ਦਿੰਦਾ ਵੀ ਮੈਂ ਇਦਾਂ ਕੀਤਾ, ਮੈਂ ਉਦਾਂ ਕੀਤਾ, ਇੱਥੇ ਤੱਕ ਮੈਂ ਜ਼ਿੰਦਗੀ ਦਾ ਪੰਧ ਇਦਾਂ ਜਿਹੜਾ ਹੈ ਉਹ ਸਰਵਾਈਵ ਕੀਤਾ ਹੈ। ਪਰ ਜਿਹੜਾ ਜਾਗਦਾ ਹੈ ਮਨੁੱਖ, ਜਿਹੜਾ ਮਨੁੱਖ ਅੰਤਰ ਆਤਮਾ ਜਿਹਦਾ ਧਿਆਨ ਗੁਰੂ ਚਰਨਾਂ ਵਿੱਚ ਹੈ, ਕਦੇ ਉਸ ਮਨੁੱਖ ਦੀ ਵਡਿਆਈ ਕਰੋ ਕਿ ਤੁਹਾਡੇ ਕੋਲੇ ਜੀ ਬੜੀਆਂ ਦਾਤਾਂ ਨੇ, ਬਹੁਤ ਕੁਝ ਹੈ। ਉਹ ਮਨੁੱਖ ਅੱਗੋਂ ਹੱਥ ਜੋੜ ਕੇ ਕਹਿੰਦਾ ਵੀ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਉਹ ਕਹਿੰਦਾ ਭਲਿਆ ਲੋਕਾ, ਪਰਮੇਸ਼ਰ ਨੇ ਵਡਿਆਈਆਂ ਦੇਣ ਵਾਸਤੇ ਮੈਨੂੰ ਚੁਣਿਆ, ਅਸਲ ਦੇ ਵਿੱਚ ਮੇਰਾ ਤਾਂ ਮੇਰੇ ਕੋਲੇ ਹੈ ਹੀ ਕੁਝ ਨਹੀਂ। ਇਹ ਜਾਗੇ ਹੋਏ ਮਨੁੱਖ ਦੀ ਨਿਸ਼ਾਨੀ ਹੈ। ਜਿਹੜਾ ਮਨੁੱਖ ਵਡਿਆਈਆਂ ਦੇ ਵਿੱਚ ਲਿਪਤ ਹੋ ਜਾਏ, ਜਿਹੜਾ ਮਨੁੱਖ ਆਪਣੀ ਵਡਿਆਈ ਸੁਣ ਕੇ ਇੰਨਾ ਪ੍ਰਸੰਨ ਹੋ ਜਾਏ ਕਿ ਉਹ ਇਹ ਭੁੱਲ ਜਾਏ ਕਿ ਆਪਣੇ ਮੁਖ ਤੋਂ ਮੈਂ ਆਪਣੀ ਵਡਿਆਈ ਨਹੀਂ ਕਰਨੀ, ਉਹ ਮਨੁੱਖ ਮੰਨ ਲਿਓ ਕਿ ਸੁੱਤਾ ਪਿਆ ਅੰਤਰਾਤਮਾ ਤੋਂ। ਜਿਹੜਾ ਮਨੁੱਖ ਆਪਣੀ ਵਡਿਆਈ ਸੁਣ ਕੇ ਆਖੇ ਕਿ ਮੈਂ ਤੇ ਹਾਂ ਹੀ ਕੁਝ ਨਹੀਂ ਸੀ ਜੀ, ਮੇਰੇ ਪਿਛਲੇ ਜੀਵਨ ਨੂੰ ਵੇਖ, ਮੇਰੇ ਕੋਲੇ ਤੇ ਅਸਲ ਵਿੱਚ ਮਿੱਟੀ ਵੀ ਨਹੀਂ ਸੀ ਖਾਣ ਨੂੰ, ਮੈਂ ਅੱਜ ਜੇ ਪਾਤਸ਼ਾਹ ਨੇ ਕਿਰਪਾ ਕਰਕੇ ਬਾਦਸ਼ਾਹੀਆਂ ਤੱਕ ਦਾ ਸਫ਼ਰ ਕਰਾਇਆ, ਇਹ ਮੇਰੀ ਤਾਕਤ ਨਹੀਂ, ਇਹ ਮੇਰੀ ਸਮਰੱਥਾ ਨਹੀਂ, ਇਹ ਤੇ ਗੁਰੂ ਦੀ ਕਿਰਪਾ ਹੈ ਜੋ ਉਸ ਨੇ ਮੈਨੂੰ ਵਡਿਆਈਆਂ ਦੇਣ ਵਾਸਤੇ ਚੁਣ ਲਿਆ। ਜਿਵੇਂ ਭਾਈ ਜੇਠਾ ਸਾਹਿਬ, ਮੈਂ ਕੱਲ ਵੀ ਬਚਨ ਕੀਤਾ ਸੀ, ਅਕਸਰ ਉਹ ਚਿੱਤ ਚੇਤੇ ਦੇ ਵਿੱਚ ਰਹਿੰਦਾ ਹੈ ਬਿਲਕੁਲ ਧਿਆਨ ਭਾਈ ਜੇਠਾ ਸਾਹਿਬ ਦਾ। ਜੇ ਉਹਨਾਂ ਨੂੰ ਕੋਈ ਆਖੇ ਜੇਠਿਆ ਅੱਜ ਕੈਸੀ ਕਿਰਪਾ, ਅੱਜ ਕੈਸੀਆਂ ਰਹਿਮਤਾਂ, ਤੇ ਉਹ ਜੇਠਾ ਜੇ ਦੱਸਣ ਲੱਗੇ ਤੇ ਦੱਸੇ ਕਦੇ ਉਹ ਸਮਾਂ ਸੀ ਮੈਂ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਸਾਂ, ਆ ਜਿਹੜੇ ਸਿਰ ਦੇ ਉੱਪਰ ਸੋਨੇ ਦਾ ਛਤਰ ਸ਼ੋਭਾ ਪਾ ਰਿਹਾ, ਇਸੇ ਸਿਰ ਦੇ ਉੱਪਰ ਘੁੰਗਣੀਆਂ ਦਾ ਛਾਬਾ ਸੀ। ਉਹਨੇ ਮਾਨ ਨਹੀਂ ਕੀਤਾ, ਹੰਕਾਰ ਨਹੀਂ ਕੀਤਾ, ਉਹ ਇਸ ਕਰਕੇ ਇੱਥੋਂ ਤੱਕ ਅੱਪੜਿਆ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਜਾਗ ਜਾਂਦੇ ਆ ਨਾ ਇੱਕ ਵਾਰ, ਇਹ ਨਹੀਂ ਵੀ ਸਮ ਟਾਈਮ ਉਹਨਾਂ ਨੇ ਗੱਲ ਕਰ ਲਈ ਗਿਆਨ ਦੀ, ਸੁਣਨ ਵਾਲੇ ਨੂੰ ਤੇ ਕਹਿਣ ਵਾਲੇ ਨੂੰ, ਬੋਲਣ ਵਾਲੇ ਨੂੰ ਲੱਗੇ ਇੱਕੋ ਦਮ ਕਿ ਇਹ ਤੇ ਬਹੁਤ ਮਹਾਨਤਾ ਦੀ ਗੱਲ ਆ, ਪਰ ਅੰਦਰ ਵਿੱਚ ਉਹ ਆਪ ਸੁੱਤਾ ਪਿਆ ਹੋਵੇ, ਫਿਰ ਗੱਲ ਨਹੀਂ ਜੇ ਬਣਨੀ ਹੈ। ਫਿਰ ਨਾ ਤੇ ਸੁਣਨ ਵਾਲੇ ਤੇ ਨਾ ਸੁਣਾਉਣ ਵਾਲੇ, ਦੋਵਾਂ ਦਾ ਜੀਵਨ ਜਿਹੜਾ ਹੈ ਉਹ ਨਹੀਂ ਸੁਧਰੇਗਾ। ਮਹਾਰਾਜ ਸਾਹਿਬ ਕਹਿੰਦੇ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਵਾਲੀ ਗੱਲ ਹੋ ਜਾਣੀ। ਪਰ ਜਿਹੜੇ ਅੰਤਰਾਤਮਾ ਤੇ ਜਾਗ ਜਾਂਦੇ ਆ, ਉਹ ਫਿਰ ਕਦੇ ਸੌਂਦੇ ਨਹੀਂ ਆ, ਉਹ ਗਾਫਲਤਾ ਦੀ ਨੀਂਦ ਦੇ ਵਿੱਚ ਨਹੀਂ ਪੈਂਦੇ, ਉਹ ਮਾੜੇ ਕਰਮ ਦੇ ਕੁਕਰਮ ਦੇ ਵਿੱਚ ਨਹੀਂ ਪੈਂਦੇ ਹੈ। ਮਹਾਰਾਜ ਜੀ ਕਹਿੰਦੇ ਹੁਣ ਇਸ ਗੱਲ ਨੂੰ ਅਸੰਤ ਅਨਾੜੀ ਕਦੇ ਨਾ ਬੁੱਝੈ, ਕਥਨੀ ਕਰੇ ਤੇ ਮਾਇਆ ਨਾਲ ਲੂਝੈ। ਅਸੰਤ ਬੰਦਾ ਕਦੇ ਨਹੀਂ ਇਸ ਗੱਲ ਨੂੰ ਸਮਝ ਸਕਦਾ। ਸੰਤ ਕੌਣ ਹੈ?
ਸੰਤ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲਿਆਂ ਨੇ ਸੰਤ ਸ਼ਬਦ ਦੇ ਬੜੇ ਪਿਆਰੇ ਅਰਥ ਕੀਤੇ। ਉਹਨਾਂ ਨੂੰ ਪੁੱਛਿਆ ਵੀ ਸੰਤ ਸ਼ਬਦ ਦੇ ਅਰਥ ਕੀ ਹੁੰਦੇ ਆ। ਲੋਕੀ ਉਹਨਾਂ ਨੂੰ ਸੰਤ ਕਹਿ ਕੇ ਸੰਬੋਧਨ ਕਰਦੇ ਆ। ਨਾਮ ਤੁਸੀਂ ਸੁਣਿਆ ਹੈ ਵੀ ਸੰਤ ਅਸਲ ਦੇ ਵਿੱਚ ਕੌਣ ਹੈ। ਸੰਤ ਅਤਰ ਸਿੰਘ ਜੀ ਉਹਨਾਂ ਨੇ ਬੜੇ ਪਿਆਰੇ ਬਚਨ ਆਖੇ। ਕਹਿੰਦੇ ਸੰਤ ਉਹ ਹੈ ਜਿਹੜਾ ਸੱਚ ਤੋਂ ਸ਼ੁਰੂ ਹੋਇਆ। ਸੰਤ ਜਿਹੜਾ ਸੱਚ ਤੋਂ ਸ਼ੁਰੂ ਹੋਇਆ ਤੇ ਜਿਹਦਾ ਅੰਤ ਵੀ ਸੱਚ ਦੇ ਵਿੱਚ ਹੋ ਗਿਆ, ਉਹ ਸੰਤ ਹੈ। ਉਹ ਨਹੀਂ ਕਿ ਜਿਹੜਾ ਸੱਚ ਤੋਂ ਪਖੰਡ ਰੂਪ ਕਰਕੇ ਸ਼ੁਰੂ ਹੋਇਆ, ਲੋਕਾਂ ਨੂੰ ਆਪਣੇ ਗੈਲ, ਆਪਣੇ ਮਗਰ, ਆਪਣੇ ਪਿੱਛੇ ਉਸਨੇ ਲਾਇਆ। ਤੇ ਜਿਵੇਂ ਮਹਾਰਾਜ ਸਾਹਿਬ ਕਹਿੰਦੇ ਆ ਕਿ ਜਿਨ੍ਹਾਂ ਦਾ ਗੁਰੂ ਅੰਨਾ ਹੋਵੇ ਉਹ ਆਪ ਤੇ ਖੂਹ ਦੇ ਵਿੱਚ ਡਿੱਗਦਾ ਹੀ ਡਿੱਗਦਾ ਤੇ ਉਹ ਆਪਣੇ ਚੇਲੇ ਚਾਟੜਿਆਂ ਨੂੰ ਵੀ ਲੈ ਕੇ ਡਿੱਗ ਜਾਂਦਾ। ਉਹ ਨਹੀਂ ਜਿਹਨੇ ਆਪਣਾ ਜਿਹੜਾ ਜੀਵਨ ਹੈ ਉਹ ਪਾਖੰਡ ਰੂਪ ਸੱਚ ਤੋਂ ਸ਼ੁਰੂ ਕੀਤਾ ਹੋਵੇ, ਪਰ ਉਹ ਜੀਵਨ ਦੇ ਅੱਧ ਵਿਚਕਾਰੇ ਜੇ ਆ ਕਰਕੇ ਇਹੋ ਜੀਆਂ ਗੱਲਾਂ ਦੇ ਵਿੱਚ ਫਸ ਜਾਏ ਕਿ ਬਾਹਰ ਨਿਕਲਣ ਦਾ ਨਾਮੋ ਨਿਸ਼ਾਨ ਨਾ ਹੋਵੇ, ਉਹ ਸੰਤ ਹੁੰਦੇ ਆ। ਮਹਾਰਾਜ ਸਾਹਿਬ ਕਹਿੰਦੇ ਇਹ ਜਿਹੜੇ ਸੰਤ ਹੈ ਕਦੇ ਨਹੀਂ ਬੁੱਝ ਸਕਦੇ। ਬਿਲਕੁਲ ਹੂਬਹੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚ ਇੱਕ ਐਸਾ ਅਸੰਤ ਆਇਆ, ਸ਼ਾਹ ਸੁਹਾਗਣ। ਜਿਨ੍ਹਾਂ ਨੇ ਉਹ ਵਾਰਤਾ ਸੁਣੀ ਆ ਉਹਨਾਂ ਨੂੰ ਪਤਾ ਹੈ। ਉਹ ਸ਼ਾਹ ਸੁਹਾਗਣ ਆਪਣੇ ਆਪ ਨੂੰ ਇਸ ਕਰਕੇ ਕਹਿੰਦਾ ਕਿ ਮੈਂ ਉਸ ਨਿਰੰਕਾਰ ਅਕਾਲ ਪੁਰਖ ਦੀ ਪਤਨੀ ਆ। ਔਰਤਾਂ ਵਾਲੇ ਕੱਪੜੇ ਪਾ ਕਰਕੇ ਰੱਖਦਾ ਹੈ, ਮਰਦ ਹੈ। ਅੱਜ ਵੀ ਬੜੇ ਲੋਕ ਇਦਾਂ ਕਰਦੇ ਆ। ਹੈ ਮਰਦ ਹੈ, ਚਿਹਰੇ ਤੇ ਉਹਨਾਂ ਦੇ ਦਾੜੀਆਂ, ਪਰ ਉਹ ਬੀਬੀਆਂ ਵਾਲੇ, ਭੈਣਾਂ ਵਾਲੇ ਵਸਤਰ ਪਾ ਕਰਕੇ ਰੱਖਦੇ ਆ। ਪਖੰਡ ਕਰਕੇ ਲੋਕਾਂ ਨੂੰ ਠੱਗਣ ਦਾ ਯਤਨ ਕਰਦੇ ਆ। ਸ਼ਾਹ ਸੁਹਾਗਣ ਦੇ ਰੂਪ ਦੇ ਵਿੱਚ ਉਹ ਇਦਾਂ ਦੇ ਕੁਕਰਮ ਕਰਦੇ ਆ। ਕਦੇ ਉਹਦੀ ਵਾਰਤਾ ਜਿਹੜੀ ਹੈ ਧਿਆਨ ਦੇ ਨਾਲ ਪੜ੍ਹਨ ਦਾ ਯਤਨ ਕਰਿਓ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਮਿਲਣ ਦੀ ਇੱਛਾ ਪ੍ਰਗਟਾ ਦਿੱਤੀ ਵੀ ਅਸੀਂ ਮਿਲਣਾ, ਕੋਈ ਵਿਚਾਰ ਕਰਨੀ ਹੈ। ਕਹਿੰਦੇ ਉਹ ਜਿਹੜਾ ਸ਼ਾਹ ਸੁਹਾਗਣ ਹੈ ਉਹ ਆਪਣੀ ਲੁਕਮੀ ਥਾਂ ਦੇ ਉੱਪਰ ਕਿਤੇ ਕੁਕਰਮ ਦੇ ਵਿੱਚ ਰੁੱਝਿਆ ਹੋਇਆ, ਮਾੜੀ ਮੱਤ ਦੇ ਵਿੱਚ ਲੁੱਝਿਆ ਹੋਇਆ, ਪਰ ਪੱਥਰਾਂ ਤੋਂ ਪਾਰ ਜਿਸ ਦੀ ਨਿਗਾਹ ਜਾਂਦੀ ਹੈ, ਜਿਹੜਾ ਸ਼ਬਦਾਂ ਤੇ ਨਹੀਂ ਬੰਦੇ ਦੇ ਹਿਰਦੇ ਦੇ ਬੋਲਾਂ ਤੇ ਭਰੋਸਾ ਕਰਦਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਿਨਾਂ ਬੋਲਿਆਂ ਤੋਂ ਸਾਰਾ ਕੁਝ ਜਾਣਨ ਵਾਲੇ ਹਜ਼ੂਰ ਜਾਣਦੇ ਆ ਕਿ ਸ਼ਾਹ ਸੁਹਾਗਣ ਅਸਲ ਦੇ ਵਿੱਚ ਰੱਬ ਨਾਲ ਸੁਰਤ ਨਹੀਂ ਜੋੜ ਕੇ ਬੈਠਾ, ਤਾਂ ਕੁਕਰਮ ਦੇ ਵਿੱਚ ਲੱਗਿਆ ਹੋਇਆ। ਮਹਾਰਾਜ ਸਾਹਿਬ ਨੇ ਕੋਈ ਇਤਰਾਜ਼ ਨਾ ਜਤਾਇਆ ਤੇ ਮਹਾਰਾਜ ਸਾਹਿਬ ਉੱਥੋਂ ਚਲੇ ਗਏ। ਸਮਾਂ ਥੋੜਾ ਹੀ ਪੈ ਰਿਹਾ, ਇਹ ਸ਼ਾਹ ਸੁਹਾਗਣ ਜਿਹੜਾ ਹੈ ਲੋਕਾਂ ਦੇ ਹੱਥੇ ਚੜਿਆ। ਲੋਕਾਂ ਨੇ ਇਸ ਨੂੰ ਬਹੁਤ ਕੁੱਟਿਆ, ਬਹੁਤ ਮਾਰਿਆ। ਜਿੰਨਾ ਇਸ ਦਾ ਸਤਿਕਾਰ ਸੀ ਉਸ ਤੋਂ ਵੀ ਕਿਤੇ ਵੱਧ ਇਹਦੇ ਸਤਿਕਾਰ ਨੂੰ ਮਿੱਟੀ ਦੇ ਵਿੱਚ ਲੋਕਾਂ ਨੇ ਰੋਲ ਦਿੱਤਾ ਇਹਦੀਆਂ ਹਰਕਤਾਂ ਕਰਕੇ। ਕਿਉਂ? ਕਿਉਂਕਿ ਬਣਦਾ ਸੰਤ ਰੂਪ ਸੀ, ਪਰ ਹੈ ਅਸਲ ਦੇ ਵਿੱਚ ਅਸੰਤ ਰੂਪ ਸੀ। ਕੋਈ ਵਸਤਰ ਪਾ ਕੇ ਸੰਤ ਰੂਪ ਨਹੀਂ ਬਣ ਜਾਂਦਾ। ਜੇ ਹੁਣ ਕੋਈ ਚਿੱਟੇ ਕੱਪੜੇ ਪਾ ਲਏ, ਆਪਣੇ ਸਰੀਰ ਤੇ ਅਤਰ ਫਲੇਲਾਂ ਲਾ ਲਏ, ਯਾਦ ਰੱਖਿਓ ਕੱਪੜਿਆਂ ਦੇ ਉੱਪਰ ਲੱਗਿਆ ਹੋਇਆ ਸੈਂਟ, ਪਰਫਿਊਮ ਜਿਹੜਾ ਹੈ ਉਹ ਬੰਦੇ ਦੇ ਕਿਰਦਾਰਾਂ ਦੀ ਬਦਬੂ ਨਹੀਂ ਬਦਲ ਸਕਦਾ। ਇਹ ਯਾਦ ਰੱਖਿਓ, ਬੰਦੇ ਦੇ ਕੱਪੜਿਆਂ ਦੇ ਉੱਪਰ ਸੈਂਟ ਲੱਗਿਆ ਹੋਵੇ, ਖੁਸ਼ਬੂਆਂ ਪਈਆਂ ਹੁੰਦੀਆਂ ਹੋਣ, ਪਰ ਜਿਹੜਾ ਬੰਦੇ ਦਾ ਕਿਰਦਾਰ ਦੀ ਬਦਬੂ ਹੈ ਉਹ ਕਿਰਦਾਰ ਦੀ ਬਦਬੂ ਬਾਹਰ ਦੇ ਸੈਂਟ ਨਹੀਂ ਮਿਟਾ ਸਕਦੇ। ਕਿਰਦਾਰ ਦੀ ਬਦਬੂ ਤਾਂ ਗੁਰੂ ਦਾ ਨਾਮ ਹੀ ਮਿਟਾ ਸਕਦਾ। ਸਿਰਫ ਕਿਰਦਾਰ ਦੀ ਬਦਬੂ ਨੂੰ ਸਿਰਫ ਗੁਰੂ ਦੇ ਨਾਮ ਦਾ ਅਤਰ ਖਤਮ ਕਰ ਸਕਦਾ ਹੈ। ਜਦੋਂ ਕੋਈ ਮਨੁੱਖ ਜਪੇ ਸਤਨਾਮ ਸ਼੍ਰੀ ਵਾਹਿਗੁਰੂ, ਉਹ ਪਹਿਲਾਂ ਸੱਜਣ ਠੱਗ ਹੋ ਸਕਦਾ ਹੈ, ਪਰ ਜਦੋਂ ਨਾਮ ਦਾ ਅਤਰ ਉਹਦੇ ਅੰਦਰ ਛਿੜਕਿਆ ਜਾਂਦਾ ਹੈ ਉਹ ਇੱਕ ਖਿਣ ਦੇ ਵਿੱਚ ਭਾਈ ਸੱਜਣ ਬਣ ਜਾਂਦਾ ਹੈ। ਇਹ ਬਾਹਰ ਦੇ ਅਤਰ, ਬਾਹਰ ਦੇ ਫਲੇਲਾਂ, ਬਾਹਰ ਦੀ ਫ੍ਰੈਗਨੈਂਸ ਇਹ ਕੰਮ ਨਹੀਂ ਕਰੇਗੀ। ਇਹ ਕਿਰਦਾਰ ਨੂੰ ਬਦਲਣ ਵਾਸਤੇ ਤੇ ਨਾਮ ਜਪਣਾ ਹੀ ਜ਼ਰੂਰੀ ਹੈ। ਮਹਾਰਾਜ ਸਾਹਿਬ ਕਹਿੰਦੇ ਅਸੰਤ ਅਨਾੜੀ ਕਦੇ ਨਾ ਬੂਝੈ, ਕਥਨੀ ਕਰੈ ਤਾਂ ਮਾਇਆ ਨਾ ਲੂਝੈ। ਕਹਿੰਦੇ ਉਹ ਤੇ ਐਸਾ ਬੰਦਾ ਜਦੋਂ ਗੱਲ ਕਰੇਗਾ ਪੈਸੇ ਤੋਂ ਸ਼ੁਰੂ ਕਰੇਗਾ, ਮਾਇਆ ਤੋਂ ਸ਼ੁਰੂ ਕਰੇਗਾ ਤੇ ਮਾਇਆ ਤੇ ਗੱਲ ਖਤਮ ਕਰੇਗਾ। ਉਹ ਅਸੰਤ ਬੰਦੇ ਹੈ ਜਿਨ੍ਹਾਂ ਦੀ ਗੱਲ ਸ਼ੁਰੂ ਵੀ ਮਾਇਆ ਤੋਂ ਹੁੰਦੀ ਹੈ, ਪੈਸੇ ਤੋਂ ਹੁੰਦੀ ਹੈ। ਜਿਨ੍ਹਾਂ ਦੀ ਜਿਹੜੀ ਗੱਲ ਹੈ ਉਹ ਖਤਮ ਕਰਦੇ ਆ, ਸਮਾਪਤੀ ਕਰਦੇ ਆ, ਉਹ ਵੀ ਪੈਸੇ ਦੇ ਨਾਲ, ਮਾਇਆ ਦੇ ਨਾਲ ਆਪਣੀ ਗੱਲ ਨੂੰ ਸਮਾਪਤੀ ਕਰਦੇ ਆ। ਤੇ ਮਹਾਰਾਜ ਜੀ ਕਹਿੰਦੇ ਅੰਧ ਅਗਿਆਨੀ ਕਦੇ ਨਾ ਸੀਜੈ। ਇਹੋ ਜਿਹਾ ਜਿਹੜਾ ਅੰਨਾ ਪੁਰਖ ਹੈ, ਮੈਂ ਫੇਰ ਬੇਨਤੀ ਕਰਾਂ ਅੱਖਾਂ ਦੇ ਅੰਨੇ ਨੂੰ ਨਹੀਂ। ਜਿਵੇਂ ਵਿਦਵਾਨ ਪੁਰਖ ਬਚਨ ਕਰਿਆ ਕਰਦੇ, ਕਹਿੰਦੇ ਸੰਸਾਰ ਵਿੱਚ, ਇਹ ਸਾਰੇ ਸੰਸਾਰ ਦੇ ਵਿੱਚ
ਉਹਨਾਂ ਅੰਨਿਆਂ ਦੀ ਗਿਣਤੀ ਬਹੁਤ ਘੱਟ ਹੈ ਜਿਨ੍ਹਾਂ ਨੂੰ ਇਹਨਾਂ ਅੱਖਾਂ ਕਰਕੇ ਨਹੀਂ ਦਿਖਦਾ, ਪਰ ਉਹਨਾਂ ਅੰਨਿਆਂ ਨਾਲ ਸੰਸਾਰ ਭਰਿਆ ਹੀ ਪਿਆ ਜਿਨ੍ਹਾਂ ਨੂੰ ਮਨ ਦੀਆਂ ਅੱਖਾਂ ਕਰਕੇ ਨਹੀਂ ਦਿਖਦਾ। ਹੁਣ ਆਪਾਂ ਸਾਰੇ ਉਸੇ ਗਿਣਤੀ ਦੇ ਵਿੱਚ ਆਉਂਦੇ ਆ। ਬਾਹਰ ਦੇ ਨੇਤਰ ਖੁੱਲੇ ਆ ਪਰ ਮਨ ਕਰਕੇ ਅਸੀਂ ਅੰਨੇ ਆ। ਇਸ ਕਰਕੇ ਪ੍ਰਤੱਖ ਸਵਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬੋਲਾਂ ਦਾ ਸਾਨੂੰ ਪਤਾ ਹੀ ਕੋਈ ਨਹੀਂ ਲੱਗ ਰਿਹਾ। ਜਾਂ ਤੇ ਕਹਿਣ ਵਾਲਾ ਸੁਣਨ ਵਾਲਾ ਉਹਦੇ ਥਾਂ ਪਿਛਾਂ ਉੱਪਰੋਂ ਦੀ ਬਚਨ ਲੰਘ ਜਾਂਦੇ ਆ ਤੇ ਉਹਨੂੰ ਪੱਲੇ ਕੋਈ ਨਹੀਂ ਪੈਂਦਾ ਵੀ ਗੁਰੂ ਸਾਹਿਬ ਸਾਨੂੰ ਸਮਝਾਉਣ ਤੇ ਦੱਸਣ ਦਾ ਯਤਨ ਕੀ ਕਰਦੇ ਪਏ ਆ। ਜਿਨ੍ਹਾਂ ਬਚਨਾਂ ਨੂੰ ਅਸੀਂ ਮੰਨ ਲਈਏ ਨਾ ਤੇ ਅਸੀਂ ਉਸ ਨਿਰੰਕਾਰ ਪਰਮੇਸ਼ਰ ਦੇ ਘਰ ਦੇ ਵਿੱਚ ਆਪਣੀ ਥਾਂ ਬਣਾ ਸਕਦੇ ਹਾਂ। ਨਹੀਂ ਤੇ ਮਹਾਰਾਜ ਜੀ ਕਹਿੰਦੇ ਅੰਧ ਗਿਆਨੀ ਕਦੇ ਨਾ ਸੀਜੈ। ਜਿਹੜਾ ਅਗਿਆਨੀ ਹੈ ਨਾ, ਅੰਨਾ ਪੁਰਖ ਹੈ ਨਾ, ਹੁਣ ਇਹ ਦੋਵੇਂ ਗੱਲਾਂ ਇੱਕ ਵਾਸਤੇ ਹੀ ਨੇ। ਜਿਹੜੇ ਇੱਥੇ ਸਰੀਰ ਦੀ ਗੱਲ ਨਹੀਂ ਹੋ ਰਹੀ ਹੈ। ਜੇ ਆਪਾਂ ਫਿਜ਼ੀਕਲੀ ਕੋਈ ਮਨੁੱਖ ਜਿਹੜਾ ਹੈ ਉਹ ਡਿਸੇਬਲ ਆ, ਉਹਦੀ ਡਿਸੇਬਿਲਟੀ ਗੁਰੂ ਦੇ ਘਰ ਦੇ ਵਿੱਚ ਉਹ ਅਸਰ ਨਹੀਂ ਰੱਖਦੀ ਹੈ। ਕੋਈ ਆਪਣੇ ਹੱਥਾਂ ਕਰਕੇ, ਪੈਰਾਂ ਕਰਕੇ, ਸਰੀਰ ਕਰਕੇ, ਜ਼ੁਬਾਨ ਕਰਕੇ, ਕੰਨਾਂ ਕਰਕੇ, ਉਹ ਕਿਸੇ ਵੀ ਪ੍ਰਕਾਰ ਦੇ ਵਿੱਚ ਉਹ ਆਪਣੇ ਸਰੀਰ ਕਰਕੇ ਡਿਸੇਬਲ ਹੈ ਨਾ, ਇਹ ਆਪਾਂ ਕਹਿ ਹੀ ਨਹੀਂ ਸਕਦੇ ਕਿ ਉਹ ਰੱਬ ਦੇ ਘਰ 'ਚ ਪ੍ਰਵਾਨ ਨਹੀਂ ਹੋਏਗਾ। ਜੀ ਉਹਦੇ ਤੇ ਹੱਥ ਹੀ ਹੈ ਨਹੀਂ, ਪੈਰ ਹੀ ਹੈ ਨਹੀਂ। ਕਿਉਂ? ਕਿਉਂਕਿ ਅਸਲ ਦੇ ਵਿੱਚ ਕਿਰਪਾ ਰੱਬ ਅਕਾਲ ਪੁਰਖ ਦੀ ਹੈ। ਉਹਨੇ ਹੱਥ ਕਿਸੇ ਨੂੰ 2 ਦੇ ਦਿੱਤੇ ਤੇ ਕਿਸੇ ਨੂੰ 1 ਦਿੱਤਾ ਤੇ ਕਿਸੇ ਨੂੰ 1 ਵੀ ਨਾ ਦਿੱਤਾ ਉਸਨੂੰ। ਇਹ ਮਰਜ਼ੀ ਉਸ ਦੀ ਹੈ। ਪਰ ਹਾਂ, ਜੇ ਕੋਈ ਅੰਤਰ ਆਤਮਾ ਕਰਕੇ ਡਿਸੇਬਲ ਹੈ, ਇਹ ਡਿਸੇਬਿਲਟੀ ਕਾਊਂਟ ਕਰਦੀ ਹੈ ਰੱਬ ਦੇ ਘਰ ਦੇ ਵਿੱਚ। ਜੇ ਆਪਾਂ ਅੰਤਰ ਆਤਮਾ ਕਰਕੇ ਲੂਲੇ ਲੰਗੜੇ ਆ, ਅੰਤਰ ਆਤਮਾ ਕਰਕੇ ਅਸੀਂ ਅੰਨੇ ਆ, ਅਸੀਂ ਰੱਬ ਦੇ ਘਰ ਨੂੰ ਸਫ਼ਰ ਤੈਅ ਨਹੀਂ ਕਰ ਸਕਦੇ, ਇਹ ਡਿਸੇਬਿਲਟੀ ਕਾਊਂਟ ਹੋਏਗੀ। ਤੇ ਇਹ ਜਿਹੜੀ ਹੈ ਗੱਲ, ਇਹ ਰੱਬ ਦੇ ਘਰ ਦੇ ਵਿੱਚ ਗਿਣੀ ਜਾਏਗੀ। ਤੈਨੂੰ ਬਾਹਰ ਦੇ ਪੈਰ ਦਿੱਤੇ ਸੀ, ਜ਼ੁਬਾਨ ਦਿੱਤੀ ਸੀ, ਸੁਣਨ ਵਾਸਤੇ ਕੰਨ ਦਿੱਤੇ ਸੀ, ਸੇਵਾ ਕਰਨ ਵਾਸਤੇ ਹੱਥ ਦਿੱਤੇ ਸੀ, ਦਰਸ਼ਨ ਕਰਨ ਵਾਸਤੇ ਅੱਖਾਂ ਦਿੱਤੀਆਂ ਸੀ, ਪਰ ਤੂੰ ਇਹ ਸਾਰੇ ਸੰਸਾਰ ਦੇ ਕਾਰਜਾਂ ਦੇ ਵਿੱਚ ਹੀ ਲਾ ਲਈਆਂ। ਰੱਬ ਦੇ ਨਾਲ ਤਾਂ ਤੇਰਾ ਪਿਆਰ ਪਿਆ ਹੀ ਕੋਈ ਨਾ। ਇਸੇ ਕਰਕੇ ਮਹਾਰਾਜ ਸਾਹਿਬ ਆਂਦੇ ਆ ਨਾ, ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸ਼ਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੇ ਆ ਸਾਰਾ ਸੰਸਾਰ ਦਿੱਤਾ ਉਹਨੂੰ ਮਨ ਵਿੱਚ ਨਹੀਂ ਵਸਾਇਆ। ਦੁਨੀਆ ਵੇਖੋ ਜੀ ਕੈਸੀ ਹੈ। ਆਪਣੇ ਨਾਲ ਕਦੇ ਨਾ ਕਦੇ ਹੋ ਸਕਦਾ ਨਿੱਕੀ ਜੀ ਘਟਨਾ ਵਾਪਰੀ ਹੋਵੇ। ਆਪਾਂ ਮੰਨ ਲਓ ਸੰਗਤ ਵਿੱਚ ਬੈਠੇ ਆ, ਆਪਣੇ ਕੋਲੇ ਆਪਾਂ ਇੱਕ ਰੁਮਾਲ ਰੱਖਿਆ ਹੋਇਆ, ਇੱਕ ਗਿੱਠ ਦਾ ਟੁਕੜਾ ਹੁੰਦਾ, ਉਹ ਆਪਣੇ ਕੋਲ ਰੱਖਿਆ ਹੋਇਆ। ਬਾਏ ਚਾਂਸ ਆਪਾਂ ਸਡਨਲੀ ਉੱਠੇ, ਅਚਾਨਕ ਉੱਠੇ ਤੇ ਉਹ ਰੁਮਾਲ ਜਿਹੜਾ ਹੈ ਸਾਡੀ ਨਿਗਾਹ ਨਹੀਂ ਪਿਆ ਤੇ ਉਹ ਵਾਪਸ ਉੱਥੇ ਹੀ ਗਿਰ ਗਿਆ। ਤੇ ਜਿਹੜਾ ਨਾਲ ਸਾਜੇ ਸੱਜਣ ਬੈਠਾ ਉਹਨੇ ਚੁੱਕ ਕੇ ਰੁਮਾਲ ਫੜਾਇਆ, ਜੀ ਤੁਹਾਡਾ ਰੁਮਾਲ। ਤੇ ਆਪਾਂ ਗਰਦਨ ਘੁਮਾ ਕੇ ਕਹਿੰਦੇ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸੰਸਾਰ ਹੈ ਤੇ ਜਿਹੜੇ ਪਰਮੇਸ਼ਰ ਵਾਹਿਗੁਰੂ ਨੇ ਆ ਸੋਹਣਾ ਸੁੰਦਰ ਸਰੂਪ ਦਿੱਤਾ ਹੈ ਨਾ, ਉਸ ਨਿਰੰਕਾਰ ਦਾ ਅੰਮ੍ਰਿਤ ਵੇਲੇ ਉੱਠ ਕੇ ਕਦੇ ਧੰਨਵਾਦ ਹੀ ਕੋਈ ਨਹੀਂ ਕੀਤਾ। ਪਹਿਲਾਂ ਦਾ ਸਮਾਂ ਹੋਰ ਸੀ, ਹੁਣ ਦਾ ਸਮਾਂ ਇਦਾਂ ਦਾ। ਉੱਠਦਿਆਂ ਅੱਖ ਬਾਅਦ ਦੇ ਵਿੱਚ ਖੁੱਲਦੀ ਆ, ਰੱਬ ਦਾ ਧੰਨਵਾਦ ਕਰਨਾ ਤੇ ਦੂਰ ਦੀ ਗੱਲ ਹੈ। ਫੋਨ ਦੇ ਉੱਪਰ ਆਪਾਂ ਆਪਣੇ ਮੈਸੇਜ ਚੈੱਕ ਕਰਦੇ ਹਾਂ, ਕਿਹਨੇ ਭੇਜਿਆ, ਕੀ ਭੇਜਿਆ। ਉੱਥੋਂ ਸਾਡੀ ਜੀਵਨ ਦੀ ਸ਼ੁਰੂਆਤ, ਦਿਨ ਦੀ ਸ਼ੁਰੂਆਤ ਹੁੰਦੀ ਹੈ। ਇਦਾਂ ਦੇ ਤਾਂ ਮਨੁੱਖ ਬਣੇ ਹੋਏ ਆ ਅਸੀਂ। ਪਹਿਲਾਂ ਦੇ ਸਮੇਂ ਕੁਝ ਹੋਰ ਸੀ। ਆਦਤਾਂ ਜਿਹੜੀਆਂ ਮਨੁੱਖ ਨੇ ਥੋੜੀਆਂ ਬਦਲ ਲਈਆਂ, ਪਰ ਰੱਬ ਨਾਲੋਂ ਇਹ ਪਹਿਲਾਂ ਵੀ ਟੁੱਟਿਆ ਹੋਇਆ ਸੀ ਤੇ ਹੁਣ ਵੀ ਟੁੱਟਿਆ ਹੀ ਹੋਇਆ। ਮਹਾਰਾਜ ਸਾਹਿਬ ਕਹਿੰਦੇ ਇਸ ਜਗ ਮੈਂ RAM ਨਾਮ ਨਿਸਤਾਰਾ, ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ, ਆਪ ਤਰੈ ਸਗਲੇ ਕੁਲ ਉਧਾਰਾ। ਮਹਾਰਾਜ ਜੀ ਕਹਿੰਦੇ ਸੰਸਾਰ ਦੇ ਅੰਦਰ ਨਿਸਤਾਰਾ ਇੱਕੋ ਚੀਜ਼ ਦੇ ਨਾਲ ਹੈ, ਹੋਰ ਦੂਜਾ ਕੋਈ ਹੈ ਹੀ ਨਹੀਂ, ਉਪਾਅ ਹੀ ਹੈ ਨਹੀਂ। ਇਹ ਸੰਸਾਰ ਦੇ ਅੰਦਰ ਆਪਾਂ ਕਹੀ ਵੀ ਇਹ ਉਪਾਅ ਕਰ ਲੈਂਦੇ ਆ, ਪਾਰ ਉਤਾਰਾ ਹੋ ਜਾਏਗਾ। ਉਹ ਪਿੱਛੇ ਹੁਣ 2-3 ਦਿਨ ਪਹਿਲਾਂ ਦੀ ਘਟਨਾ, ਉਹ ਤੁਸੀਂ ਸੁਣਿਆ ਨਾ ਵੀ ਅਰਬਪਤੀ ਪਣਡੁੱਬੀ ਦੇ ਵਿੱਚ ਗਏ ਟਾਈਟੈਨਿਕ ਦਾ ਮਲਬਾ ਦੇਖਣ ਵਾਸਤੇ। ਸੰਸਾਰ ਦੇ ਚੁਣਿੰਦੇ ਅਰਬਪਤੀਆਂ ਦੇ ਵਿੱਚੋਂ ਮਿਲੀਅਨ ਉਹਨਾਂ ਦੇ ਕੋਲੇ ਦੌਲਤ ਸੀ, ਜਿਹੜੇ ਉੱਥੇ ਗਏ ਸੀ। ਉਹਦੇ ਵਿੱਚ 5-7 ਜਣੇ ਜਿੰਨੇ ਵੀ, ਗੱਲ ਸਿਰਫ ਸਮਝਾਉਣ ਵਾਸਤੇ ਹੈ, ਉਹ ਟਾਈਟੈਨਿਕ ਦਾ ਮਲਬਾ ਦੇਖਣ ਵਾਸਤੇ ਇੱਕ ਪਣਡੁੱਬੀ ਦੇ ਵਿੱਚ ਗਏ ਹੈ ਤੇ ਮੁੜ ਕੇ ਵਾਪਸ ਹੀ ਕੋਈ ਨਹੀਂ ਪਰਤੇ। ਆ ਜਿਹੜੀ ਸੰਸਾਰ ਦੀ ਮਾਇਆ ਤੇ ਆਪਾਂ ਭਰੋਸਾ ਕਰਕੇ ਪੰਗੇ ਲੈਂਦੇ ਆ ਨਾ, ਇਹ ਮਾਇਆ ਨੇ ਕਿਤੇ ਸਾਥ ਨਹੀਂ ਆਉਣਾ। ਇਹਨੇ ਸਾਡਾ ਸਾਥ ਕੋਈ ਨਹੀਂ ਦੇਣਾ। ਉਹਨਾਂ ਦਾ ਜੀਵਨ ਇੱਥੇ ਖਤਮ ਹੋ ਗਿਆ। ਸੰਸਾਰ ਨੇ ਵੇਖ ਲਿਆ, ਸੁਣ ਲਿਆ,
ਪਰ ਉਹਦੇ ਵਿੱਚੋਂ ਸਮਝ ਕੱਢੋ ਕੋਈ। ਕਿਸੇ ਜ਼ਰੂਰੀ ਨਹੀਂ ਸੱਚਖੰਡ ਪਹੁੰਚਣ ਵਾਸਤੇ ਆਪਣਾ ਹੀ ਮਰਨਾ ਜ਼ਰੂਰੀ ਹੈ, ਕਿਸੇ ਦੀ ਮੌਤ ਤੋਂ ਹੀ ਸਿੱਖਿਆ ਲੈ ਲਓ। ਜ਼ਰੂਰੀ ਥੋੜਾ ਵੀ ਆਪਾਂ ਆਪਣੇ ਨਾਲ ਹੀ ਉਹ ਠੇਡਾ ਖਾ ਕੇ ਹੀ ਆਪ ਸਿੱਖਣਾ। ਜ਼ਰੂਰੀ ਥੋੜਾ ਇਹ ਗੱਲ ਕਿ ਪਹਿਲਾਂ ਆਪਣੇ ਨਾਲ ਉਹ ਘਟਨਾ ਵਾਪਰੇ ਤੇ ਫੇਰ ਆਪਾਂ ਕਹੀਏ ਹਾਂ ਇਹ ਕੀ ਹੋ ਗਿਆ। ਮਹਾਰਾਜ ਸਾਹਿਬ ਕਹਿੰਦੇ ਆ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਜਿਹੜੇ ਕੰਮ ਦਾ ਪਤਾ ਹੋਵੇ ਨਾ ਇਹਦੇ ਬਾਅਦ ਦੇ ਵਿੱਚ ਪਛਤਾਵਾ ਹੋਣਾ, ਔਰ ਲੋਕਾਂ ਨੂੰ ਵੇਖਦੇ ਹੋਈਏ ਵੀ ਇਹਨਾਂ ਨਾਲ ਵਾਪਰ ਗਿਆ, ਸਾਡੇ ਨਾਲ ਵੀ ਵਾਪਰ ਸਕਦਾ। ਮਕਸਦ ਬੇਨਤੀ ਕਰਨਾ ਉਹਨਾਂ, ਕਿਸੇ ਦੀ ਅੰਤਮ ਅਰਦਾਸ ਦੇ ਉੱਪਰ ਜਾਂਦੇ ਆ ਨਾ ਕਦੇ ਆਪਾਂ, ਸੰਸਾਰੀ ਲੋਕਾਂ ਖੁਸ਼ੀਆਂ ਗਮੀਆਂ ਵਿੱਚ ਅਸੀਂ ਜਾਣਾ ਹੀ ਜਾਣਾ, ਕਿਸੇ ਦੀ ਅੰਤਮ ਅਰਦਾਸ ਦੇ ਵਿੱਚ ਜਾਂਦੇ ਆ ਨਾ, ਉੱਥੋਂ ਇਹ ਸਿੱਖਿਆ ਲੈ ਕੇ ਆਇਆ ਕਰੋ। ਅੱਜ ਆਪਾਂ ਇਹਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ, ਕੱਲ ਨੂੰ ਸਮਾਂ ਬਣ ਸਕਦਾ ਲੋਕੀ ਸਾਡੀ ਯਾਦ ਵਿੱਚ ਜੁੜ ਕੇ ਬੈਠਣਗੇ। ਇਹ ਏਦਾਂ ਨਾ ਹੋਵੇ ਕਿ ਅਸੀਂ ਰੱਬ ਦੇ ਘਰ ਕੁਝ ਲੈ ਕੇ ਹੀ ਨਾ ਜਾਈਏ। ਅਸੀਂ ਇਹਦੇ ਕਥਾ ਦੇ ਕੀਰਤਨ ਦੇ ਰਾਹੀਂ ਲੋਕਾਂ ਨੂੰ ਸਮਝਾਉਣ ਦਾ ਯਤਨ ਕਰਦੇ ਹਾਂ। ਘੱਟੋ ਘੱਟ ਆਪਣੀ ਜ਼ਿੰਦਗੀ ਨੂੰ ਸੁਧਾਰਨ ਵਾਸਤੇ ਅਸੀਂ ਆਪਣੀ ਜ਼ੁਬਾਨੋਂ ਕਹਿ ਲਈਏ ਸਤਨਾਮ ਸ਼੍ਰੀ ਵਾਹਿਗੁਰੂ। ਜ਼ਰੂਰੀ ਨਹੀਂ ਅਸੀਂ ਉਹ ਘਟਨਾ ਜਦੋਂ ਤੱਕ ਸਾਡੇ ਨਾਲ ਨਹੀਂ ਵਾਪਰਦੀ ਅਸੀਂ ਸੁਧਰਨਾ ਨਹੀਂ ਹੈ। ਅੱਜ ਜਦੋਂ ਸੰਸਾਰ ਨਾਲ ਵੇਖਦੇ ਕੀ ਪੈਸਾ ਕੰਮ ਆਇਆ। ਇਦਾਂ ਦੇ ਲੋਕ ਸੀ ਜਿਹੜੇ ਮਰ ਗਏ, ਫਨਾਹ ਹੋ ਗਏ, ਖਤਮ ਹੋ ਗਏ, ਜਿਨ੍ਹਾਂ ਕੋਲੇ ਮਾਇਆ ਜਿਹੜੀ ਹੈ ਜੇ ਗਿਣ ਲੱਗ ਜਾਏ ਤੇ ਕਈ ਦਿਨਾਂ ਦਾ ਮਹੀਨਿਆਂ ਦਾ ਸਮਾਂ ਲੱਗ ਸਕਦਾ। ਪਰ ਮਾਇਆ ਕਿਸ ਕੰਮ ਆਈ ਜੀ? ਕਿਸੇ ਕੰਮ ਨਹੀਂ ਆਈ। ਉਹ ਜਦੋਂ ਸਾਰਿਆਂ ਦਾ ਸਮਾਂ ਤੇ ਸਬੱਬ ਥਾਂ ਇਕੱਠਾ ਹੋਇਆ, ਰੱਬ ਨੇ ਜਿਹੜੀ ਲਿਖੀ ਹੋਈ ਮੌਤ ਸੀ ਉਹਨਾਂ ਦੇ ਘਰ ਵਿੱਚ ਭੇਜ ਦਿੱਤੀ ਤੇ ਸਾਰੇ ਦੇ ਸਾਰੇ ਫਨਾਹ ਹੋ ਗਏ। ਮੈਂ ਬੇਨਤੀ ਕਰ ਰਿਹਾ ਸਾਂ, ਇਹ ਸੰਸਾਰ ਦੇ ਵਿੱਚ ਹੋਰ ਕੋਈ ਟਿਕਾਣਾ ਹੀ ਨਹੀਂ, ਹੋਰ ਕੋਈ ਤਰੀਕਾ ਹੀ ਨਹੀਂ ਹੈ ਜਿਹਦੇ ਨਾਲ ਅਸੀਂ ਉਸ ਨਿਰੰਕਾਰ ਦੇ ਘਰ ਦੀ ਖੁਸ਼ੀ ਪ੍ਰਾਪਤ ਕਰ ਸਕੀਏ। ਮਹਾਰਾਜ ਸਾਹਿਬ ਕਹਿੰਦੇ, ਇਸ ਜਗ ਮੈਂ ਰਾਮ ਨਾਮ ਨਿਸਤਾਰਾ। ਗੱਲ ਖਤਮ ਕਰ ਦਿੱਤੀ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਨਾਲ ਹੀ ਤੇਰਾ ਨਿਸਤਾਰਾ ਹੋਣਾ, ਪਾਰ ਉਤਾਰਾ ਹੋਣਾ। ਹੁਣ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰ। ਵਿਰਲਾ ਮਨੁੱਖ ਹੈ ਜਿਹੜਾ ਸੁਣ ਲੈਂਦਾ। ਸੁਣਦੇ ਤਾਂ ਆਪਾਂ ਸਾਰੇ ਆ, ਕਹਿਣ ਵਾਲੇ ਵੀ ਬਹੁਤ ਹੈ, ਪਰ ਅਸਲ ਦੇ ਵਿੱਚ ਇੰਪਲੀਮੈਂਟ ਕਰਨ ਵਾਲੇ, ਲਾਗੂ ਕਰਨ ਵਾਲੇ, ਆਪਣੇ ਜੀਵਨ ਤੇ ਢਾਲਣ ਵਾਲੇ ਬਿਰਲੇ ਜਾਣਾ। ਜਿਹਨੂੰ ਮਹਾਰਾਜ ਸਾਹਿਬ ਕਹਿੰਦੇ ਆ, ਹੈਨ ਵਿਰਲੇ ਨਾਹੀ ਘਣੇ ਫੈਲ ਪਕੜ ਸੰਸਾਰ। ਉਹ ਵਿਰਲੇ ਜਾਣੇ ਜਿਹੜੇ ਹਰ ਵੇਲੇ ਭਾਈ ਭਿਖਾਰੀ ਵਾਂਗੂ, ਜੇ ਉਹਦੇ ਪੁੱਤ ਦੀ ਜੰਨ ਚੜੀ ਹੈ, ਬਰਾਤ ਤੁਰੀ ਹੈ, ਤੇ ਤਾਂ ਵੀ ਉਹਦੇ ਚਿਹਰੇ ਦੇ ਉੱਪਰ ਉਦਾਂ ਦਾ ਹੀ ਹਾਵ ਭਾਵ ਹੈ। ਜੇ ਉਸ ਨੂੰ ਪਤਾ ਹੈ ਮੇਰੇ ਪੁੱਤਰ ਜੰਨ ਵਾਸਤੇ ਬਰਾਤ ਲੈ ਕੇ ਗਿਆ, ਬਰਾਤ ਚੜਿਆ, ਜੰਨ ਲੈ ਕੇ ਗਿਆ, ਪਰ ਇਸ ਨੇ ਜਿਉਂਦਾ ਘਰ ਵਾਪਸ ਨਹੀਂ ਪਰਤਣਾ, ਫਿਰ ਵੀ ਉਹਦੇ ਚਿਹਰੇ ਦਾ ਹਾਵ ਭਾਵ ਨਹੀਂ ਬਦਲਿਆ, ਫਿਰ ਵੀ ਉਸੇ ਤਰੀਕੇ ਹੈ। ਇਹ ਅਸਲ ਦੇ ਵਿੱਚ ਸਿੱਖੀ ਹੈ। ਇਹ ਸਟੇਬਿਲਿਟੀ ਜਿਹੜੀ ਹੈ ਨਾ, ਆਹ ਸਥਿਰਤਾ ਜਿਹੜੀ ਹੈ, ਇਹ ਸਾਡੇ ਸਾਰਿਆਂ ਦੇ ਅੰਦਰ ਆਉਣੀ ਚਾਹੀਦੀ ਹੈ, ਗੁਰੂ ਤੋਂ ਮੰਗਣੀ ਚਾਹੀਦੀ ਹੈ। ਮਹਾਰਾਜ ਨੂੰ ਆਖਣਾ ਚਾਹੀਦਾ, ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮਹਾਰਾਜ ਜੀ, ਮੈਂ ਹਾਲਤਾਂ ਸਾਹਮਣੇ ਆਪਣੇ ਗੋਡੇ ਨਾ ਟੇਕਦਿਆਂ, ਮੈਂ ਹਾਲਤਾਂ ਤੋਂ ਮਜਬੂਰ ਹੋ ਕੇ ਤੇਰੇ ਘਰ ਨੂੰ ਛੱਡਣ ਦਾ ਸੋਚਾਂ ਵੀ ਨਾ, ਤੂੰ ਮੇਰੇ ਤੇ ਏਡੀ ਕਿਰਪਾ ਕਰੀ, ਹਾਲਤ ਤੇ ਛੱਡ, ਜੇ ਮੈਨੂੰ ਮੌਤ ਵੀ ਸਾਹਮਣੇ ਦਿਖਦੀ ਹੋਵੇ ਤਾਂ ਵੀ ਮੈਂ ਆਪਣੇ ਕਦਮ ਪਿੱਛੇ ਨਾ ਖਿੱਚਾਂ, ਮੈਂ ਆਪਣੇ ਕਦਮਾਂ ਨੂੰ ਪਿਛਾਂਹ ਨਾ ਖਿੱਚਾਂ, ਅਗਾਂਹ ਵੱਲ ਨੂੰ ਲੈ ਕਰਕੇ ਜਾਵਾਂ, ਅਗਾਂਹ ਵੱਲ ਨੂੰ ਹੀ ਤੁਰਾਂ। ਮੈਂ ਪਿੱਛੇ ਆਪਣੇ ਸੋਚਾਂ ਹੀ ਨਾ। ਮੈਨੂੰ ਭਾਵੇਂ ਰੱਬ ਦੇ ਘਰ ਦੇ ਉੱਪਰ ਤੁਰਦਿਆਂ, ਗੁਰੂ ਦੇ ਮੋਹ ਦੇ ਵਿੱਚ ਤੁਰਦਿਆਂ, ਗੁਰੂ ਦੇ ਪਿਆਰ ਦੇ ਵਿੱਚ ਤੁਰਦਿਆਂ ਭਾਵੇਂ ਮੈਨੂੰ ਮੌਤ ਮਿਲ ਜਾਏ, ਮੈਨੂੰ ਉਹ ਮੌਤ ਚੰਗੀ ਹੈ ਇਹੋ ਜਿਹੇ ਭੈੜੇ ਜੀਵਨ ਦੇ ਨਾਲ। ਮਹਾਰਾਜ ਸਾਹਿਬ ਕਹਿੰਦੇ ਆ, ਜਿਹੜੇ ਫਿਰ ਨਾਮ ਜਪਣ ਵਾਲੇ ਹੋ ਜਾਂਦੇ ਆ, ਉਹ ਆਪ ਤੇ ਤਰਦੇ ਹੀ ਤਰਦੇ ਆ। ਆਪ ਤਰੈ ਸਗਲੇ ਕੁਲ ਉਧਾਰਾ। ਲਾਈਕ ਅ ਡਰਾਈਵਰ, ਜਿਵੇਂ ਇੱਕ ਡਰਾਈਵਰ ਹੁੰਦਾ, ਬੱਸ ਨੂੰ ਚਲਾਉਣ ਵਾਲਾ ਸਿਰਫ ਇੱਕੋ ਹੀ ਡਰਾਈਵਰ ਹੁੰਦਾ, ਪਰ ਉਹਦੇ ਵਿੱਚ ਸਫ਼ਰ ਕਰਨ ਵਾਲੇ 50-60 ਜਣੇ ਹੁੰਦੇ ਆ। ਉਹ ਭਾਵੇਂ ਸੌਂ ਜਾਣ ਤੇ ਭਾਵੇਂ ਉਹ ਹੱਸਦੇ ਰਹਿਣ, ਭਾਵੇਂ ਉਹ ਬੈਠ ਜਾਣ, ਭਾਵੇਂ ਬੱਸ ਵਿੱਚ ਖਲੋ ਜਾਣ। ਇਸ ਗੱਲ ਦਾ ਬੱਸ ਦੇ ਸਫ਼ਰ ਤੇ, ਬੱਸ ਦੇ ਚੱਲਣ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਬਸ ਹਾਂ, ਚਲਾਉਣ ਵਾਲਾ ਨਹੀਂ ਸੌਣਾ ਚਾਹੀਦਾ, ਚਲਾਉਣ ਵਾਲੇ ਦਾ ਧਿਆਨ ਪੂਰਾ ਹੋਣਾ ਚਾਹੀਦਾ, ਚਲਾਉਣ ਵਾਲੇ ਦੇ ਮਨ ਵਿੱਚ ਨੱਚਣ ਟੱਪਣ ਦੇ ਖਿਆਲ ਨਹੀਂ ਹੋਣੇ ਚਾਹੀਦੇ। ਉਹ ਜਦੋਂ ਜਿਵੇਂ ਜਿਵੇਂ ਚਲਾਈ ਜਾਏਗਾ ਤਿਵੇਂ ਤਿਵੇਂ ਸਫ਼ਰ ਪੂਰਾ ਹੁੰਦਾ ਜਾਏਗਾ।
घर का घट्टो घट एक जी तो ऐसा होवे ना, असी सिख कहाउने अपने आप नूं, एक जी तो ऐसा होवे ना जिहदा गुरबाणी दे नाल गुरु दे नाल प्यार होवे, जिहदा मां बोली पंजाबी दे नाल प्यार होवे। एक जी ते ऐसा होवे ना जिहड़ा सारियां नूं धक्का लावे ते आखे ओ जपजी साहिब दा पाठ कर सजना, उठ अमृत वेले जपजी साहिब दा पाठ कर, अपनी जवानों जप सतनाम श्री वाहिगुरु, निरंकार दे चरनां दा ध्यान धर। ड्राइवर इक्को ही बहुत है, सवारियां भावें 60 हो जाण, घर विच इक्को ही बहुत हुंदा है जिहड़ा नाम जपण वास्ते कहंदा होवे। हौली हौली जदों सारे नाम जपण लग पैंदे है ते फिर महाराज साहब कहंदे है इहो जे जिहड़े घर है, घर घर अंदर धर्मसाल होवे, कीर्तन सदा विसोआ, फिर वो घर जिहड़े ने वो धर्मशाला रूप बन जांदे आ, जिथे आनंद रासी वरतदा रहिंदा। अगे महाराज कहंदे है इस कलयुग में कर्म धर्म ना कोई। उदा इस संसार दे विच जिहड़ा कलयुग दा समा वरत रिहा, इत्थे कर्म धर्म नां दी कोई चीज ही है नहीं। लोकां नूं आपो धापी पई होई है। दूजे दी ते गल छड्डो, लोकी पैसे पिछे, वट दे रौले पिछे अपने भरा नूं, अपनी मां नूं, प्यो नूं, दादे नूं ये कतल करन दीयां घटनावां, मारन दीयां घटनावां आम जिहां आपां सुणी जाने, जिस दे नाल उसने 4 लावां लईआं, उसनूं धोखा देण दीयां घटनावां आपां आम जिहां सुणी जाने। महाराज साहब कहंदे ये संसार ही कलयुग ही ऐसा आ गया। पर दूजी गल महाराज साहब ने यह भी आख्या, ये जिहड़ा कलयुग है ना, इहदा समा बहुत तेज है। पहलां दे समय सी, सतयुग दा समां सी, त्रेते दा समां सी, द्वापर दा समां सी, कई सालां दी तपस्या कीती जांदी सी ते फिर भोरा फल मिलदा सी। जे कहंदे इत्थे सारा समां तेज हो गया ना, ये समां भी तेज हो गया। इत्थे कलयुग दे विच तू थोड़ा जपेगा ते बहुता प्राप्त करेगा। इस करके महाराज ने आख्या ना, अब कलू आयो रे, एक नाम बो बो बो। कहंदे हुण कलयुग दा समां आ गया। नाउ द डार्क एज ऑफ कलयुग हैज कम, सो प्लांट द नेम ऑफ द लॉर्ड। रब दे नाम नूं अपने हिरदे च बीज। कलयुग दा समां आ गया। जिवें हुण कणक जिहड़ी है ਉਹ आउट ऑफ टाइम नहीं बीजी जा सकती। आपां कहीए जी हुण कणक बीज दो, हुण ते जीरी दा समां है, हुण ते झोने दा समां है, हुण कणक नहीं लग सकदी। कणक दे समय झोना नहीं लग सकदा। जदों मौसम वत्तर सिर हो जांदा है, उस वेले जिहड़ा फल है, जिहड़ी फसल है, वो प्राप्त की जा सकती है। असल विच कलयुग दा समां ऐसा है जिहड़ा नाम बीजण वास्ते बिल्कुल श्रेष्ठ है। जदों कोई नाम अपने अंदर बीज लएगा, सच करके जाणिओ वो हर वेले आनंद चित प्रसन्न रहेगा। हुण वो भली गल है भी कोई बीजदा ही है नहीं। हुण बिना बीजे ते सानू फिर नदीन ही प्राप्त होना है, घाह ही प्राप्त होना है, खब्बल ही प्राप्त होना है, होर नहीं कुछ सानू प्राप्त हो सकता। बिना बीजियां ते वो चीज़ां प्राप्त होणियां ने जिहड़े पशु भी नहीं खांदे। इदां दी बूटी मिल खेतां विच उग जांदी है बिना बीजियां, जिन्हों पशुआं ने भी नहीं मूँह लाउणा, नुकसान दे काम आउणा ते दूर दी गल है। ते बीजियां वो कुछ प्राप्त हुंदा जिहदे नाल आपां कह लईए, जिवें महाराज कहंदे आप तरा सगले कुल तारा। किसान एक खेती करदा, ਉਹਦੇ ਨਾਲ ਪਿੱਛੇ ਸਾਰਾ ਪਰਿਵਾਰ ਹੈਲਪਫੁਲ ਹੋ ਕੇ ਉਹਦੀ ਮਦਦ ਕਰਦਾ ਤੇ ਉਹ ਜਿਹੜੀ ਖੇਤੀ ਦੇ ਵਿੱਚੋਂ ਉਹਨੂੰ ਚੀਜ਼ ਪ੍ਰਾਪਤ ਹੁੰਦੀ ਹੈ, ਉਹਦੇ ਨਾਲ ਉਹਦੇ 6 ਮਹੀਨਿਆਂ ਦਾ ਰੁਜ਼ਗਾਰ ਬਹੁਤ ਸੋਹਣਾ ਤੁਰ ਪੈਂਦਾ। ਹੁਣ ਮਹਾਰਾਜ ਸਾਹਿਬ ਕਹਿੰਦੇ ਆ ਉਹ ਸਮਾਂ ਹੈ। ਉਦਾਂ ਇੱਥੇ ਕਰਮ ਧਰਮ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ। ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾ ਗਾਤੀ ਲੁੱਟੈ। ਕਹਿੰਦੇ ਧਰਮ ਦੇ ਨਾਮ ਤੇ ਨਿਰਾ ਪਖੰਡ ਹੀ ਹੋਣ ਲੱਗ ਪਿਆ ਸੰਸਾਰ ਦੇ ਵਿੱਚ। ਧਰਮ ਦੇ ਨਾਮ ਦੇ ਉੱਪਰ ਮੇਰਾ ਇਸ ਸੰਸਾਰ ਦੇ ਵਿੱਚ ਕਰਮ ਕਾਂਡ ਹੀ ਵਰਤ ਰਿਹਾ। ਬਸ ਆ ਸੰਸਾਰ ਦੇ ਅੰਦਰ ਕੋਈ ਕਹਿੰਦਾ ਵੀ ਮੈਂ ਹੀ ਰੱਬ ਨਾਲ ਮਿਲਿਆ ਹੋਇਆ, ਮੇਰੇ ਡੇਰੇ ਤੇ ਆ ਜਾਓ, ਮੇਰੀ ਥਾਂ ਤੇ ਆ ਜਾਓ, ਤੁਹਾਨੂੰ ਰੱਬ ਨਾਲ ਮਿਲਾ ਕੇ ਹੀ ਤੋਰਾਂਗੇ। ਇਦਾਂ ਦੇ ਲੋਕ ਬੈਠੇ ਆ ਇੱਥੇ ਜਿਹੜੇ ਪੈਸੇ ਪਿੱਛੇ ਇਦਾਂ ਦੇ ਪ੍ਰਵਚਨ ਬਚਨ ਆਪਣੀ ਜ਼ੁਬਾਨੋਂ ਆਖਦੇ ਆ, ਜਿਨ੍ਹਾਂ ਦਾ ਪਰਮੇਸ਼ਰ ਦੇ ਘਰ ਨਾਲ ਤੇ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੈ। बस उन्होंने माया दिखती है। इस करके महाराज साहब कहते हैं इस कलयुग में कर्म धर्म ना कोई। इत्थे कर्म धर्म नहीं, इत्थे रिश्ता सिर्फ और सिर्फ पैसे का ही पैसे का है, माया का रिश्ता है। रिश्ते दे नाल तुसी पैसे दे नाल भैन बना लो, भरा बना लो। रिश्ते इत्थे माया दे करके जिहो जिहा मर्जी रिश्ता खड़ा कर लो, क्योंकि इत्थे कर्म धर्म की गल ही कोई नहीं है। महाराज ने इस समय नूं जिहड़ा है इदां करके
ਨਿਵਾਜਿਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਕਿਰਪਾ ਕਰਦੇ ਐ, ਇਹ ਮਿਹਰ ਕਰਦੇ ਐ। ਕਹਿਣ ਲੱਗੇ ਇਸ ਕਲਯੁਗ में है कर्म धर्म ना कोई, कली का जन्म चंडाल कह घर होई। कलयुग ਜਿਹੜਾ ਹੈ, कली ਕਹਿੰਦੇ ਨੇ कलयुग ਨੂੰ, ਚੰਡਾਲ ਕਹਿੰਦੇ ਨੇ ਕ੍ਰੋਧ ਨੂੰ, ਗੁੱਸੇ ਨੂੰ। ਕਹਿੰਦੇ ਖੋਟੀ ਮੱਤ ਵਾਲਾ ਜਿਹੜਾ ਮਨੁੱਖ ਹੈ ਉਹਦੇ ਅੰਦਰ ਜਿਹੜਾ ਕਲਯੁਗ ਦਾ ਪ੍ਰਕਾਸ਼ ਹੋ ਗਿਆ, ਕਲਯੁਗ ਉਹਦੇ ਅੰਦਰ ਪੈਦਾ ਹੋ ਗਿਆ। ਇਸ ਕਰਕੇ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਮਹਾਰਾਜ ਸਾਹਿਬ ਕਹਿੰਦੇ ਨਾਮ ਬਿਨਾ ਮੁਕਤੀ ਨਹੀਂ ਹੈ ਕਿਸੇ ਦੀ ਇਸ ਸੰਸਾਰ ਦੇ ਵਿੱਚ। ਇਸ ਸੰਸਾਰ ਦੇ ਅੰਦਰ ਜੇ ਕੋਈ ਮੁਕਤ ਹੈ, ਜੇ ਕੋਈ ਮੁਕਤ ਹੋਏਗਾ ਤੇ ਉਹਦਾ ਇੱਕੋ ਹੀ ਸਹਾਰਾ ਹੈ, ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ, ਹੋਰ ਕੁਛ ਨਹੀਂ ਹੈ। ਹੋਰ ਆਪਾਂ ਜਿਤਨਾ ਮਰਜ਼ੀ ਕਰ ਲਈ, ਹੁਣ ਆਪਾਂ ਕਥਾ ਵਿਚਾਰ ਕਰਦੇ ਆਂ ਜਾਂ ਸੁਣਦੇ ਆਂ, ਇਹਦਾ ਮਨੋਰਥ ਕੀ ਹੈ? ਆਖਰੀ ਇਹਦਾ ਆਪਾਂ ਕੀ ਕਵਾਂਗੇ ਜਾ ਕਰਕੇ? 1 ਘੰਟੇ ਦੀ ਕਥਾ ਵਿਚਾਰ ਕਰਨ ਵਾਲੇ ਜਾਂ ਸੁਣਨ ਵਾਲੇ ਲਈ ਲਾਹਾ ਕਿਸ ਗੱਲ ਦਾ ਹੈ? ਲਾਹਾ ਇਸ ਗੱਲ ਦਾ ਹੈ ਜੇਕਰ ਉਹ ਆਪਣੇ ਜੀਵਨ ਤੇ ਇਸ ਗੱਲ ਨੂੰ ਲਾਗੂ ਕਰ ਲਏ। ਜੇ ਆਪਾਂ ਹੁਣ ਦਹੀਂ ਜਮਾਉਣ ਦੀ ਵਿਧੀ ਸੁਣ ਲਈ, ਜੇ ਆਪਾਂ ਹੁਣ ਦੁੱਧ ਨੂੰ ਜਾਗ ਕਿਵੇਂ ਲਾਉਣਾ ਹੈ ਵਿਧੀ ਸੁਣ ਲਈ ਆਪਾਂ ਕਿਸੇ ਤੋਂ ਵੀ ਇਦਾਂ ਦੁੱਧ ਨੂੰ ਜਾਗ ਲਾਈਦਾ, ਤੇ ਜਦੋਂ ਤੱਕ ਜਾਗ ਨਹੀਂ ਲਾਵਾਂਗੇ ਨਾ, ਕੱਲੀ ਗੱਲ ਸੁਣ ਕੇ ਜਾਂ ਸੁਣਾ ਕੇ ਅਸਰ ਨਹੀਂ ਜੀ ਹੋਣਾ। ਆਪਾਂ ਨੂੰ ਪਤਾ ਲੱਗ ਜਾਏ ਵੀ ਇਸ ਗੱਲ ਦੀ ਇਹ ਰੈਸਪੀ ਹੈ, ਇਦਾਂ ਇਹ ਚੀਜ਼ ਬਣ ਜਾਂਦੀ ਹੈ, ਉੱਥੇ ਕੱਲੀ ਇਹ ਗੱਲ ਕਹਿ ਕੇ ਜਾਂ ਸੁਣ ਕੇ ਫਾਇਦਾ ਨਹੀਂ ਹੋ ਸਕਦਾ। ਇਸ ਗੱਲ ਨੂੰ ਜਦੋਂ ਤੱਕ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕਰ ਲੈਂਦੇ, ਤਦੋਂ ਤੱਕ, ਜਦੋਂ ਤੱਕ ਅਸੀਂ ਆਪਣਾ ਸੁਹੇਲਾ ਜੀਵਨ ਬਣਾ ਨਹੀਂ ਲੈਂਦੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਖਦੇ ਆ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿਓ, ਗਨਕਾ ਹੂੰ ਗਤ ਪਾਈ। ਮਹਾਰਾਜ ਕਹਿੰਦੇ ਨਾਮ ਦੀ ਤੇ ਐਸੀ ਵਡਿਆਈ ਹੈ, ਪਾਪੀਆਂ ਦੇ ਪਾਪ ਨਹੀਂ ਕਹੇ ਜਾ ਸਕਦੇ। ਏਡੇ ਏਡੇ ਪਾਪੀ ਸੀ, ਏਡੇ ਏਡੇ ਮਨਮੁਖ ਸੀ, ਏਡੇ ਏਡੇ ਘੋਰ ਮਨਮਤੀਏ ਸੀ, ਪਰ ਜਦੋਂ ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਵਸਿਆ ਤੇ ਉਹ ਪੂਰਨ ਰੂਪ ਦੇ ਵਿੱਚ ਸੰਤ ਰੂਪ ਹੋ ਨਿਬੜੇ। ਉਹ ਜੈਸੇ ਗੁਰਮੁਖ ਹੋ ਨਿਬੜੇ, ਉਹ ਐਸੇ ਗੁਰਮੁਖ ਹੋ ਨਿਬੜੇ ਕਿ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਘਰ ਵਿੱਚ ਪ੍ਰਵਾਨ ਹੋ ਗਏ। ਕੱਲਾ ਆਪਾਂ ਅੰਮ੍ਰਿਤ ਦੀ ਗੱਲ ਕਰਕੇ ਤੁਰ ਜਾਈਏ, ਪਰ ਜਿੰਨੀ ਦੇਰ ਛਕਣਾ ਨਹੀਂ ਉਨੀ ਦੇਰ ਕਲਗੀਆਂ ਵਾਲੇ ਦੀ ਖੁਸ਼ੀ ਨਹੀਂ ਮਿਲਣੀ ਹੈ। ਜਿਵੇਂ ਇੱਕ ਨਿੱਕੀ ਜੀ ਵਾਰਤਾ ਭਾਈ ਡੱਲੇ ਦੀ। ਭਾਈ ਡੱਲੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਬੋ ਕੀ ਤਲਵੰਡੀ ਵਿਖੇ ਬੇਅੰਤ ਸੇਵਾ ਕੀਤੀ ਹੈ, ਬਹੁਤ ਸੇਵਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਦੀ। ਇੱਕ ਦਿਨ ਵਿਚਾਰਾਂ ਦੇ ਵਿੱਚੋਂ ਵਿਚਾਰ ਕਰਦਿਆਂ ਹਜ਼ੂਰੇ ਵਾਲਾ ਦੇ ਚਰਨਾਂ ਵਿੱਚ ਹੱਥ ਜੋੜ ਬੇਨਤੀ ਕਰਦਾ, ਮੈਂ ਵਾਰਤਾ ਨੂੰ ਨਿੱਘਾ ਕਰਕੇ ਤੁਹਾਡੇ ਸਨਮੁਖ ਰੱਖਾਂ, ਕੁਛ ਆਪਾਂ ਸਮਝ ਸਕੀਏ। ਉਹਨੇ ਮਹਾਰਾਜ ਨੂੰ ਆਖਿਆ ਵੀ ਮਹਾਰਾਜ, ਮੈਨੂੰ ਜਿਸ ਸੱਚਖੰਡ ਦੀਆਂ ਤੁਸੀਂ ਗੱਲਾਂ ਕਰਦੇ, ਗੁਰਬਾਣੀ ਆਖਦੀ ਏ, ਉਹ ਸੱਚਖੰਡ ਦੇ ਵਿੱਚ ਮੈਨੂੰ ਵੀ ਟਿਕਾਣਾ ਦੇ ਦਿਓ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ ਡੱਲਿਆ, ਤੈਨੂੰ ਉੱਥੇ ਥਾਂ ਨਹੀਂ ਮਿਲ ਸਕਦੀ। ਡੱਲਾ ਆਖਦਾ, ਮਹਾਰਾਜ ਮੰਜੇ ਜਿੰਨੀ, ਪੀੜੇ ਜਿੰਨੀ ਥੋੜੀ ਜੀ ਥਾਂ ਦੇ ਦਿਓ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਡੱਲਿਆ ਪੀੜੇ ਜਿੰਨੀ ਥਾਂ ਤੇ ਬਹੁਤ ਜ਼ਿਆਦਾ, ਜੇ ਤੂੰ ਸੂਈ ਦੇ ਨੱਕੇ ਜਿੰਨੀ ਥਾਂ ਵੀ ਮੰਗੇ ਨਾ ਤਾਂ ਮੈਂ ਤੈਨੂੰ ਫੇਰ ਉਹ ਵੀ ਨਹੀਂ ਦੇ ਸਕਦਾ। ਸੂਈ ਦਾ ਨੱਕਾ ਭਾਵ ਜਿੱਥੇ ਧਾਗਾ ਪਾਉਂਦੇ ਹੋ ਉਹ ਹੋਲ ਨੂੰ ਨੱਕਾ ਆਖਿਆ ਜਾਂਦਾ। ਤੇ ਕਹਿੰਦੇ ਇੰਨੀ ਥਾਂ ਵੀ ਨਹੀਂ ਤੈਨੂੰ ਮੈਂ ਦੇ ਸਕਦਾ। ਕਹਿੰਦਾ ਮਹਾਰਾਜ ਇੰਨੀ ਸੇਵਾ ਕੀਤੀ ਤੁਹਾਡੀ, ਹਕੂਮਤ ਨਾਲ ਮੱਥਾ ਲਾਇਆ ਮੈਂ, ਆਪਣੇ ਸਿਪਾਹੀ, ਆਪਣੀ ਮਾਇਆ, ਸਾਰਾ ਕੁਝ ਤੁਹਾਡੇ ਵਾਸਤੇ ਖੋਲ ਦਿੱਤਾ ਮੈਂ, ਇੰਨੀ ਥਾਂ ਵੀ ਨਹੀਂ ਮੈਨੂੰ ਦੇ ਸਕਦੇ, ਇੰਨਾ ਠਾਂ ਸੁੱਟ ਦਿੱਤਾ ਤੁਸੀਂ ਮੈਨੂੰ। ਮਹਾਰਾਜ ਕਹਿੰਦੇ ਦੇਖ ਡੱਲਿਆ, ਮਾਇਆ ਦੀ ਸੇਵਾ ਕੀਤੀ ਹੈ, ਮਾਇਆ ਬਦਲੇ ਤੈਨੂੰ ਮੈਂ ਮਾਇਆ ਦੇ ਸਕਣਾ, ਮਾਇਆ ਬਦਲੇ ਸੱਚਖੰਡ ਨਹੀਂ ਤੈਨੂੰ ਮਿਲ ਸਕਦਾ। ਮਾਇਆ ਬਦਲੇ ਤੂੰ ਆਖ ਕਰੋੜ ਦੀ ਸੇਵਾ ਕੀਤੀ ਹੈ, ਤੈਨੂੰ ਹੋਰ ਮਾਇਆ ਦੇ ਦਿੰਨਾ। ਜ਼ਮੀਨਾਂ ਦੇ ਉੱਤੇ ਤੂੰ ਸਾਨੂੰ ਭਾਇਆ, ਤੈਨੂੰ ਹੋਰ ਜ਼ਮੀਨਾਂ ਦੀ ਮਾਲਕੀ ਬਖਸ਼ ਦਿੰਨੇ ਆ। ਮਾਇਆ ਬਦਲੇ ਧਨ, ਪਦਾਰਥਾਂ ਬਦਲੇ ਤੇਰੇ ਪਦਾਰਥ ਵੱਧ ਸਕਦੇ ਆ, ਪਰ ਸੱਚਖੰਡ ਨਹੀਂ ਮਿਲ ਸਕਦਾ। ਹੁਣ ਇੰਨੀ ਕੁ ਸੋਝੀ ਇਹਨੂੰ ਹੋ ਚੁੱਕੀ ਹੈ। ਹੱਥ ਜੋੜ ਕੇ ਕਹਿੰਦਾ ਮਹਾਰਾਜ ਆਪ ਹੀ ਤੇ ਬਚਨ ਕਰ ਦਿਓ, ਮਾਇਆ ਨਾਲ ਜਾਣੀ ਕੋਈ ਨਹੀਂ, ਤੇ ਮਾਇਆ ਤੋਂ ਮੈਂ ਕਰਾਉਣਾ ਵੀ ਕੀ ਹੈ, ਤੁਸੀਂ ਕਿਰਪਾ ਕਰੋ ਮੈਨੂੰ ਸੱਚਖੰਡ ਦੇ ਵਿੱਚ ਥਾਂ ਦਿਓ। ਮਹਾਰਾਜ ਮੁਸਕਰਾ ਕੇ ਕਹਿੰਦੇ ਡੱਲਿਆ, ਸੱਚਖੰਡ ਵਿੱਚ ਥਾਂ ਉਹਨਾਂ ਨੂੰ ਮਿਲਦੀ ਹੈ ਜਿਹੜੇ ਪਹਿਲਾਂ ਆਪਣੇ ਹਿਰਦੇ ਵਿੱਚ ਗੁਰੂ ਨੂੰ ਥਾਂ ਦੇ ਦਿੰਦੇ ਆ। ਜਿਹੜੇ ਆਪਣੇ ਹਿਰਦੇ ਵਿੱਚ ਗੁਰੂ ਨੂੰ ਥਾਂ ਦਿੰਦੇ ਆ ਉਹਨਾਂ ਨੂੰ ਸੱਚਖੰਡ ਵਿੱਚ ਬਿਨਾਂ ਮੰਗਿਆ ਥਾਂ ਮਿਲ ਜਾਂਦੀ ਹੈ। ਮਹਾਰਾਜ ਉਹ ਕਿੱਦਾਂ?
ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਖੰਡੇ ਕੀ ਪਹੁ ਲਏਗਾ, ਗੁਰੂ ਦੇ ਬਚਨਾਂ ਨੂੰ ਕਮਾਏਗਾ, ਆਪਣੇ ਅੰਦਰ ਦੇ ਵਿੱਚ ਬਾਣੀ ਪੜ ਪੜ ਕੇ ਗੁਰੂ ਨੂੰ ਥਾਂ ਦੇਏਗਾ, ਡੱਲਿਆ ਸੱਚ ਕਰਕੇ ਜਾਣੀ, ਗੁਰੂ ਸੱਚਖੰਡ ਵਿੱਚ ਉਹਨਾਂ ਸਿੱਖਾਂ ਦੀ ਗਵਾਹੀ ਭਰੇਗਾ, ਉਹਨਾਂ ਦਾ ਮੁਦਈ ਬਣੇਗਾ ਤੇ ਉਹਨਾਂ ਨੂੰ ਸੱਚਖੰਡ ਦੇ ਵਿੱਚ ਥਾਂ ਦੇ ਦੇਗਾ। ਡੱਲੇ ਨੇ ਆਖਿਆ ਮਹਾਰਾਜ ਜੇ ਇਹ ਗੱਲ ਹੈ ਤੇ ਫਿਰ ਮੈਨੂੰ ਇਸ ਤੋਂ ਵੀ ਵਾਂਝਾ ਨਾ ਰੱਖੋ, ਆਪ ਜੀ ਮੇਰੇ ਤੇ ਬਖਸ਼ਿਸ਼ ਕਰ ਦਿਓ, ਜਿਸ ਬਖਸ਼ਿਸ਼ ਦੇ ਨਾਲ ਤੇਰੇ ਚਰਨਾਂ ਦਾ ਆਨੰਦ ਸਦੀਵੀ ਕਾਲ ਹੋ ਸਕਦਾ ਹੈ, ਇਹ ਰੱਬੀ ਮਿਹਰ ਆਪ ਜੀ ਮੇਰੇ ਤੇ ਕਰ ਦਿਓ। ਇਸ ਕਰਕੇ ਕੱਲੇ ਗੱਲ ਕਹਿਣ ਨਾਲ ਨਹੀਂ, ਡੱਲੇ ਨੇ ਕਿੰਨੀ ਸੇਵਾ ਕੀਤੀ ਮਾਇਆ ਕਰਕੇ। ਸਾਡੇ ਕੋਲੇ ਆਪਾਂ ਉਨੀ ਸੇਵਾ ਸ਼ਾਇਦ ਨਾ ਕਰ ਸਕੀਏ, ਮਾਇਆ ਕਰਕੇ, ਪਦਾਰਥਾਂ ਕਰਕੇ, ਹਕੂਮਤ ਨਾਲ ਮੱਥਾ ਲਾ ਕੇ ਸ਼ਾਇਦ ਅਸੀਂ ਉਨੀ ਸੇਵਾ ਨਾ ਕਰ ਸਕੀਏ। ਇੰਨੀ ਸੇਵਾ ਕਰਨ ਤੋਂ ਬਾਅਦ ਵੀ ਸੁਣਨ ਨੂੰ ਕੀ ਮਿਲਿਆ? ਤੈਨੂੰ ਸੂਈ ਦੇ ਨੱਕੇ ਜਿੰਨੀ ਵੀ ਤਾਂ ਨਹੀਂ ਮਿਲਣੀ, ਤੂੰ ਤੇਰੀ ਸੇਵਾ ਇਹ ਇਸ ਕੰਮ ਦੇ ਵਿੱਚ ਪਰਵਾਰ ਨਹੀਂ ਹੈ, ਸੱਚਖੰਡ ਵਾਲੀ ਗੱਲ ਦੇ ਵਿੱਚ। ਤੇ ਜੇ ਆਪਾਂ ਆਖੀਏ ਮਹਾਰਾਜ ਮੈਂ ਵੀ ਸਮਾਂ ਦਿੱਤਾ, ਮੈਂ ਵੀ ਇਦਾਂ ਬੈਠਿਆ, ਮੈਂ ਵੀ ਬਾਣੀ ਪੜ੍ਹੀ ਸੁਣੀ, ਤੇ ਇਹਦਾ ਲਾਭ ਮਹਾਰਾਜ ਸਾਹਿਬ ਕਹਿੰਦੇ ਸੰਸਾਰੀ ਰੂਪ ਦੇ ਵਿੱਚ ਤੈਨੂੰ ਸੁੱਖ ਇਹਦੇ ਬਖਸ਼ ਦਿੰਨੇ ਆ। ਪਰ ਜੇ ਤੂੰ ਗੁਰੂ ਦੇ ਚਰਨਾਂ ਵਿੱਚ ਪੂਰਨ ਰੂਪ ਦੇ ਵਿੱਚ ਥਾਂ ਲੈਣੀ ਚਾਹੁੰਦਾ ਤੇ ਤੈਨੂੰ ਆਪਣੇ ਅੰਦਰ ਵਿੱਚ ਗੁਰੂ ਨੂੰ ਥਾਂ ਦੇਣੀ ਪੈਣੀ ਹੈ। ਇਹ ਗੱਲ ਕਹਿਣ ਦੇ ਨਾਲ ਨਹੀਂ, ਸਿਰਫ ਇਹਨੂੰ ਜਦੋਂ ਤੱਕ ਆਪਾਂ ਜੀਵਨ ਦੇ ਉੱਪਰ ਲਾਗੂ ਨਹੀਂ ਨਾ ਕਰ ਲੈਂਦੇ, ਉਦੋਂ ਤੱਕ ਸਾਡਾ ਜਿਹੜਾ ਫਿਰ ਪਾਰ ਉਤਾਰਾ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਨਾਮ ਤੋਂ ਬਿਨਾ, ਇਹ ਨਾਮ ਜਪੇ ਤੋਂ ਬਿਨਾ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸ ਕਰਕੇ ਮਹਾਰਾਜ ਆਖਦੇ ਆ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇਸ ਕਰਕੇ ਉਸ ਨਿਰੰਕਾਰ ਦੇ ਨਾਮ ਨੂੰ ਜਪਣਾ ਕਰ, ਜਿਹੜਾ ਨਾਮ ਅੱਜ ਵੀ ਹੈ, ਜਿਹੜਾ ਨਾਮ ਪਹਿਲਾਂ ਵੀ ਸੀ, ਤੇ ਜਿਹੜਾ ਨਾਮ ਅਸੀਂ ਹੋਈਏ ਨਾ ਹੋਈਏ ਸੰਸਾਰ ਦੇ ਉੱਪਰ ਸਾਡੀ ਮੌਜੂਦਗੀ ਕੋਈ ਅਸਰ ਨਹੀਂ ਰੱਖਦੀ। ਸਾਡੀ ਮੌਜੂਦਗੀ ਰੱਬ ਦੇ ਘਰ ਦੇ ਨਾਲ ਕੋਈ ਅਸਰ ਨਹੀਂ ਰੱਖਦੀ। ਸਾਡੀ ਮੌਜੂਦਗੀ ਹੋਵੇ ਨਾ ਹੋਵੇ, ਜਦੋਂ ਨਹੀਂ ਸੀ ਉਦੋਂ ਵੀ ਸੀ, ਜਦੋਂ ਹੈ ਉਦੋਂ ਵੀ ਹੈ, ਜਦੋਂ ਨਹੀਂ ਹੋਏਗੀ ਅੱਗੇ ਭਵਿੱਖ ਦੀ ਗੱਲ, ਤੇ ਫਿਰ ਵੀ ਪਰਮੇਸ਼ਰ ਦਾ ਨਾਮ ਇਦਾਂ ਹੀ ਸਥਿਰ ਰਹਿਣ ਵਾਲਾ ਹੈ। ਇਸ ਕਰਕੇ ਬਾਕੀ ਗੱਲਾਂ ਦੇ ਵਿੱਚੋਂ ਆਪਣੇ ਧਿਆਨ ਨੂੰ ਕੱਢਦਿਆਂ, ਬਾਕੀ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਆਪਣੇ ਸਮੇਂ ਨੂੰ ਇੱਥੇ ਆ ਕੇ ਕੀਮਤੀ ਬਣਾ। ਆਪਾਂ ਕਈ ਵਾਰੀ ਬਚਨ ਕਹਿ ਦਿੰਨੇ ਆ ਵੀ ਇਹਨਾਂ ਦਾ ਧੰਨਵਾਦ ਜੀ, ਉਹਨਾਂ ਦਾ ਧੰਨਵਾਦ ਜੀ, ਜਿਨ੍ਹਾਂ ਨੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਹਾਜ਼ਰੀ ਭਰੀ। ਅਸਲ ਵਿੱਚ ਕੀਮਤੀ ਸਮਾਂ ਉਹ ਹੈ ਹੀ ਨਹੀਂ ਜਿਹੜਾ ਉਹ ਛੱਡ ਕੇ ਆਇਆ। ਜੇ ਤਾਂ ਉਹ ਬਾਣੀ ਪੜ੍ਹਦਾ ਹੀ ਛੱਡ ਕੇ ਆ ਗਿਆ ਫਿਰ ਗੱਲ ਵੱਖਰੀ ਹੈ, ਪਰ ਜੇ ਆਪਣੇ ਕੰਮਾਂ ਕਾਰਾਂ ਨੂੰ ਸੰਕੋਚ ਕੇ ਗੁਰੂ ਘਰ ਆਇਆ ਤਾਂ ਕੀਮਤੀ ਸਮਾਂ ਛੱਡ ਕੇ ਨਹੀਂ ਆਇਆ, ਕੀਮਤੀ ਸਮਾਂ ਬਣਾ ਰਿਹਾ ਆ ਕੇ। ਉਹ ਸਮਾਂ ਤਾਂ ਉਹਦਾ ਲੇਖੇ ਵਿੱਚ ਹੀ ਹੈ ਨਹੀਂ, ਗੁਰੂ ਦੀ ਬਾਣੀ ਦੇ ਮੁਤਾਬਕ ਉਹ ਤੇ ਗਿਣਿਆ ਹੀ ਕੋਈ ਨਹੀਂ ਜਾਣਾ। ਗਿਣਿਆ ਉਹ ਸਮਾਂ ਜਾਣਾ ਜਿਹੜਾ ਸਮਾਂ ਤੂੰ ਨਿਰੰਕਾਰ ਦੇ ਚਰਨਾਂ ਦੇ ਵਿੱਚ ਬਹਿੰਦਿਆਂ, ਉਹਦੇ ਚਰਨਾਂ ਵਿੱਚ ਆਪਣੀ ਸੁਰਤ ਜੋੜਦਿਆਂ ਆਪਣੀ ਜ਼ਬਾਨੋਂ ਜਪੇ ਸਤਨਾਮ ਸ਼੍ਰੀ ਵਾਹਿਗੁਰੂ। ਆਹ ਸਮਾਂ ਕੀਮਤੀ ਹੈ। ਇਸ ਕਰਕੇ ਬਾਕੀ ਦੀਆਂ ਗੱਲਾਂ ਦੇ ਵੱਲ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਸੇ ਕਰਕੇ ਆਖਦੇ ਆ ਕਿ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਕਹਿੰਦੇ ਮੈਂ ਨਹੀਂ ਇਹ ਗੱਲ ਕਹਿ ਰਿਹਾ, ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਨਾਮ ਤੋਂ ਬਿਨਾ, ਪਰਮੇਸ਼ਰ ਦੀ ਸਿਫਤੋ ਸਲਾਹ ਤੋਂ ਬਿਨਾ ਸਭ ਕੁਝ ਕੂੜ ਹੈ। ਇਤਨੇ ਕੁ ਆਪ ਜੀ ਨੇ ਹਾਜ਼ਰੀ ਬੇਨਤੀ ਪ੍ਰਵਾਨ ਕਰਨੀ ਤਾਂ ਜੋ ਸਾਡਾ ਜਿਹੜਾ ਜੀਵਨ ਹੈ ਉਹ ਸੁਚੱਜਾ ਬਣ ਸਕੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟਵਾਰ ਸ਼ੁਕਰ, ਜਿਨ੍ਹਾਂ ਨੇ ਆਪਣੀ ਹਜ਼ੂਰੀ ਅੰਦਰ ਬੈਠ ਕਰਕੇ ਸਮਾਂ ਸੁਭਾਗ ਬਖਸ਼ ਕਰਕੇ ਮਹਾਰਾਜ ਜੀ ਨੇ ਕਥਾ ਕਰਵਾਈ। ਸਮੂਹ ਗੁਰਮੁਖਾਂ ਦਾ, ਪ੍ਰਬੰਧਕਾਂ ਜਨਾਂ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜੀ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕ ਓੰਕਾਰ ਸਤਿਗੁਰ।